ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਿਰਪਾ ਕਰਹੁ ਦੀਨ ਕੇ ਦਾਤੇ ਤੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਕਹਾ ਬੁੱਧ ਪ੍ਰਭ ਤੁਛ ਹਮਾਰੀ ਹਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਨੈ ਸੁਰਤ ਹੋਬੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਸੁਰਤ ਹੋਬੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਈ ਮੰਨੈ ਜਮ ਕੈ ਸਾਥ ਨ ਜਾਈ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ
ਮਨ ਜਾਣੈ ਮਨ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਬੇਨਤੀ ਕਰਨ ਤੇ ਜਿਵੇਂ 4 ਪੌੜੀਆਂ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਮੇਸ਼ਰ ਦੇ ਨਾਮ ਦੇ ਸਰਵਣ ਦਾ ਮਹਾਤਮ ਦਰਸਾਇਆ, ਤਿਵੇਂ ਹੁਣ ਜਪਜੀ ਸਾਹਿਬ ਦੀਆਂ ਅੱਗੇ 4 ਪੌੜੀਆਂ ਦੇ ਅੰਦਰ ਮੰਨਣ ਦਾ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਹੈ। 4 ਪੌੜੀਆਂ ਜੋ ਮੰਨਣ ਦੇ ਪ੍ਰਥਾਏ ਉਚਾਰੀਆਂ ਨੇ, ਪਹਿਲੀ ਪੌੜੀ ਦੀ ਵਿਚਾਰ ਕੱਲ ਹੋ ਚੁੱਕੀ ਸੀ ਔਰ ਮੰਨਣ ਵਾਲੀ ਦੂਸਰੀ ਪੌੜੀ ਦੇ ਅੰਦਰ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਦੇ ਦੁਬਾਰਾ ਫੇਰ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਤਮ ਦਰਸਾ ਰਹੇ ਹੈ। ਜਦੋਂ ਸਿੱਧ ਕਹਿੰਦੇ ਨੇ, ਇਹ ਮਹਾਰਾਜ ਜੇ ਪੂਰਾ ਨਹੀਂ ਮੰਨਣ ਕਥਨ ਕੀਤਾ ਜਾ ਸਕਦਾ, ਸਮਗਰ ਗੁਣ ਨਹੀਂ ਗਿਆਨ ਕੀਤੇ ਜਾ ਸਕਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ। ਜਿੰਨਾ ਕੋ ਕਥਨ ਕੀਤਾ ਜਾ ਸਕਦਾ ਓਨਾ ਹੀ ਆਪ ਕਿਰਪਾ ਕਰੋ ਮਹਾਰਾਜ, ਸਾਨੂੰ ਕਥਨ ਕਰਕੇ ਦੱਸੋ, ਤਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ। ਕਿਉਂਕਿ ਸਾਧ ਸੰਗਤ ਜੀ, ਇਹ ਪਰਮਾਰਥ ਦੇ ਰਸਤੇ ਤੇ ਚੱਲਣ ਦਾ ਜੀਵਨ ਦੇ ਅੰਦਰ ਸਭ ਤੋਂ ਸੁਖਾਲਾ ਇਹ ਸਾਧ ਸੰਗਤ ਦੀ ਸਾਧਨ ਹੈ। ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਇਆ, ਤਿਨਾਂ ਦੇ ਜੀਵਨ ਕਾਲ ਦੌਰਾਨ ਸੰਗਤ ਕਰ ਲੈਣੀ ਜਾਂ ਫਿਰ ਤਿਨਾਂ ਦਾ ਜੀਵਨ ਪੜ੍ਹ ਲੈਣਾ, ਜੀਵਨ ਸੁਣ ਲੈਣਾ ਸਤਿਪੁਰਖਾਂ ਤੋਂ, ਇਹ ਵੀ ਇੱਕ ਸੰਗਤ ਦੀ ਤਰ੍ਹਾਂ ਹੀ ਹੋਇਆ ਕਰਦਾ। ਕਈ ਵਾਰ ਜਿਹੜਾ ਅਭਾਗਾ ਜੀਵ ਹੁੰਦਾ ਹੈ ਨਾ, ਜਿਸ ਦੇ ਪੂਰਬਲੇ ਚੰਗੇ ਭਾਗ ਜਾਗਦੇ ਨਹੀਂ, ਉਹ ਸੰਗਤ ਵਿੱਚ ਰਹਿ ਕੇ ਵੀ ਕਈ ਵਾਰ ਕੁਝ ਉਹ ਪ੍ਰਾਪਤ ਨਹੀਂ ਕਰ ਸਕਦਾ ਜਿਹੜਾ ਨੇੜੇ ਹੁੰਦਿਆਂ ਹੋਇਆਂ ਵੀ ਨਹੀਂ ਪ੍ਰਾਪਤ ਕਰ ਸਕਦਾ। ਉਹ ਦੂਰ ਹੋ ਕਰਕੇ ਵੀ ਕਈ ਵਾਰ ਗੁਰਮੁਖ ਪਿਆਰੇ ਵੱਡਿਆਂ ਭਾਗਾਂ ਵਾਲੇ ਪ੍ਰਾਪਤ ਕਰ ਲੈਂਦੇ ਆ। ਇਹ ਸਾਧ ਸੰਗਤ ਜੀ ਸੰਸਕਾਰਾਂ ਦੀ ਵੀ ਇਹ ਨਿਸ਼ਾਨੀ ਹੋਇਆ ਕਰਦੀ ਹੈ। ਪੂਰਬਲੇ ਕਮਾਏ ਹੋਏ ਜਿਹੜੇ ਜੀਵ ਦੇ ਚੰਗੇ ਭਾਗ ਹੈ, ਜਦੋਂ ਜਾਗਰਤ ਹੋ ਜਾਂਦੇ ਆ ਤਦੋਂ ਫਿਰ ਭਾਵੇਂ ਸਰੀਰ ਕਰਕੇ ਜੀਵਨ ਵਾਲਿਆਂ ਦੇ ਕੋਲ ਵੀ ਨਾ ਹੋਵੇ, ਤਿਨਾਂ ਦੇ ਭਾਵੇਂ ਸਾਧ ਸੰਗਤ ਜੀ ਬਚਨਾਂ ਨੂੰ ਸੁਣਿਆ ਹੋਵੇ, ਚਾਹੇ ਲਿਖਤੀ ਰੂਪ ਦੇ ਵਿੱਚ ਪੜ੍ਹਿਆ ਹੋਵੇ, ਫਿਰ ਵੀ ਜੀਵਨ ਉਹਨਾਂ ਦਾ ਬਦਲ ਜਾਂਦਾ ਹੈ। ਭਾਵ ਉਹ ਚੰਗੇ ਪਾਸੇ ਲੱਗ ਕੇ ਆਪਣਾ ਜੀਵਨ ਕਿਰਤਾਰਥ ਕਰ ਲੈਂਦੇ ਹੈ। ਇਹ ਬਹੁਤ ਸੁਖਾਲਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧਨ ਦਿੱਤਾ ਹੈ, ਜੋ ਭਾਵਨਾ ਦੇ ਨਾਲ ਸਤ ਸੰਗਤ ਕਰਨੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਸੀਸ ਝੁਕਾਵੋ, ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਨੈ ਸੁਰਤ ਹੋਵੈ ਮਨ ਬੁੱਧ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 3 ਅੰਗ ਤੇ 13ਵੀਂ ਪੌੜੀ ਦੀ ਪ੍ਰਾਰੰਭਤਾ ਅੰਦਰ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਨਾਮ ਦਾ ਮੰਨਣ ਦਾ ਮਹਾਤਮ ਦੱਸ ਰਹੇ ਹੈ। ਇਹ ਸਿੱਧੋ, ਜਿੰਨੀ ਦੇਰ ਤੱਕ ਪਰਮੇਸ਼ਰ ਦੇ ਨਾਮ ਦਾ ਮੰਨਣ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਸਮਝ ਨਹੀਂ ਪੈਂਦੀ ਕਿ ਸਾਡਾ ਮਨ ਕੀ ਹੈ, ਸੁਰਤ ਕੀ ਹੈ, ਬੁੱਧ ਕੀ ਹੈ। ਜੋ ਚਤੁਸ਼ਟਾ ਸਾਡੇ ਅੰਤਸ਼ਕਰਨ ਦੇ ਅੰਦਰ ਹੈ ਨਾ, ਮਨ, ਬੁੱਧ, ਚਿੱਤ, ਹੰਕਾਰ, ਇਹਨੂੰ ਚਤੁਸ਼ਟਾ ਆਖਿਆ ਜਾਂਦਾ। ਇਹਦੀ ਗਿਆਤ ਨਹੀਂ ਪੈਂਦੀ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਪਰਮੇਸ਼ਰ ਦੇ ਨਾਮ ਦਾ ਮੰਨਣ ਨਾ ਕੀਤਾ ਜਾਵੇ। ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਮੰਨੈ ਸੁਰਤ ਹੋਵੈ ਮਨ ਬੁੱਧ, ਤਿਨਾਂ ਦੇ ਸੁਰਤ ਵਿੱਚ ਵੀ ਐਸੀ ਸ਼ਕਤੀ ਆ ਗਈ ਹੈ ਜੋ ਕਮਜ਼ੋਰ ਹੋ ਗਈ ਸੀ। ਸ਼ਬਦ ਦੇ ਨਾਲ ਜੁੜਨ ਦੀ ਤਾਕਤ ਨਹੀਂ ਸੀਗੀ। ਸ਼ਬਦ ਦੇ ਨਾਲ ਸੁਰਤ ਦਾ ਮੇਲ ਬਣਨ ਲੱਗ ਪਿਆ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ। ਕਿਉਂਕਿ ਸਾਧ ਸੰਗਤ ਜੀ, ਜਿਵੇਂ ਸਰੀਰ ਕਮਜ਼ੋਰ ਹੋਵੇ ਤੇ ਇਹਦੇ ਤੋਂ ਉਦਮ ਦੇ ਨਾਲ ਬਲ ਦੁਆਰਾ ਉਤਸ਼ਾਹਿਤ ਹੋ ਕਰਕੇ ਕੋਈ ਕਾਰਜ ਨਹੀਂ ਕੀਤਾ ਜਾ ਸਕਦਾ। ਇੱਕ ਕਮਜ਼ੋਰ ਮਨੁੱਖ ਕੰਮ ਕਰੇ, ਇੱਕ ਪਾਸੇ ਦਰੁਸਤ ਸਰੀਰ ਵਾਲਾ, ਤੰਦਰੁਸਤ ਵਾਲਾ ਕੰਮ ਕਰੇ ਤੇ ਉਹਨਾਂ ਵਿੱਚ ਬੜਾ ਅੰਤਰ ਹੁੰਦਾ ਹੈ। ਜਿਹੜਾ ਤੰਦਰੁਸਤ ਮਨੁੱਖ ਕੰਮ ਕਰਦਾ ਉਹ ਉਤਸ਼ਾਹਿਤ ਹੋ ਕਰਕੇ ਉਦਮ ਦੇ ਨਾਲ, ਬਲ ਦੇ ਨਾਲ ਦੁੱਗਣਾ ਕੰਮ ਕਰਦਾ। ਦੁੱਗਣੇ ਤੋਂ ਵੀ ਕਈ ਗੁਣਾ ਵੱਧ ਕਰ ਸਕਦਾ ਜਿਹੜਾ ਕਿ ਕਮਜ਼ੋਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਸ ਮਨੁੱਖ ਦੀ ਸੁਰਤ ਵੀ ਕਮਜ਼ੋਰ ਹੈ, ਮਨ ਵੀ ਕਮਜ਼ੋਰ ਹੈ, ਬੁੱਧ ਵੀ ਕਮਜ਼ੋਰ ਹੈ, ਉਹ ਸਾਧ ਸੰਗਤ ਜੀ ਦਰੁਸਤ ਸਰੀਰ ਵਾਲਿਆਂ ਦੀ ਕਦੇ ਬਰਾਬਰਤਾ ਨਹੀਂ ਕਰ ਸਕਦੇ। ਜਿਨ੍ਹਾਂ ਦਾ ਮਨ ਵੀ ਬਲਵਾਨ ਹੈ, ਸੁਰਤ ਵੀ ਸਾਧ ਸੰਗਤ ਜੀ ਦਰੁਸਤ ਹੈ, ਫਿਰ ਆਤਮ ਵਿਸ਼ੈਣੀ ਬੁੱਧ ਜਿਨ੍ਹਾਂ ਦੀ ਸਾਧ ਸੰਗਤ ਜੀ ਬਲ ਵਾਲੀ ਹੋ ਗਈ, ਤਿਨਾਂ ਗੁਰਮੁਖਾਂ ਦੀ ਬਰਾਬਰਤਾ, ਉਹਨਾਂ ਦੀ ਸਮਤਾ ਨਹੀਂ ਕੀਤੀ ਜਾ ਸਕਦੀ। ਪਰ ਕਿਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ? ਸਤਿਗੁਰੂ ਜੀ ਫਰਮਾਉਂਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ। ਜਿਵੇਂ ਕੋਈ ਮਨੁੱਖ ਕਮਜ਼ੋਰ ਹੋਵੇ ਤੇ ਸਾਧ ਸੰਗਤ ਜੀ ਡਾਕਟਰ ਦੀ, ਕਿਸੇ ਵੈਦ ਹਕੀਮ ਦੀ ਸਲਾਹ ਲੈ ਕੇ ਫਿਰ ਉਹਨੂੰ ਖੁਰਾਕ ਖਾਣੀ ਪੈਂਦੀ ਹੈ, ਨਿਯਮ ਦੇ ਵਿੱਚ ਰਹਿਣਾ ਪੈਂਦਾ, ਫਿਰ ਡਾਕਟਰ ਦਾ ਵਚਨ ਵੀ ਮੰਨਣਾ ਪੈਂਦਾ। ਜਿਵੇਂ ਕਹੇ ਉਹਦੇ ਅਨੁਸਾਰ ਉਹਨੂੰ ਦਵਾ ਦਾਰੂ ਲੈਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜਿਸ ਮਨੁੱਖ ਨੇ ਸਤਿਗੁਰੂ ਜੀ ਦਾ ਉਪਦੇਸ਼ ਕਮਾਇਆ, ਜਿਨ੍ਹਾਂ ਨੇ ਗਰੀਬ ਨਵਾਜ ਪੂਰੇ ਵੈਦ ਸਤਿਗੁਰੂ ਦੇ ਕੋਲੋਂ ਦਵਾ ਦਾਰੂ ਲੈਣਾ ਕੀਤਾ, ਫਿਰ ਪਰਹੇਜ਼ ਵੀ ਰੱਖਿਆ ਜੋ ਸਤਿਗੁਰਾਂ ਨੇ ਸਿੱਖਿਆ ਦਿੱਤੀ ਹੈ ਕਿ ਖੋਟੀ ਸੰਗਤ ਨਹੀਂ ਕਰਨੀ, ਫਿਰ ਬੁਰੇ ਕਰਮ ਨਹੀਂ ਕਰਨੇ, ਕਿਸੇ ਦਾ ਬੁਰਾ ਸੋਚਣਾ ਨਹੀਂ, ਬੁਰਾ ਕਰਨਾ ਤਾਂ ਕੀ ਮਨ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ। ਹਜੂਰ ਦੇ ਬਚਨ ਆਉਂਦੇ ਆ ਨਾ, ਪਰ ਕਾ ਬੁਰਾ ਨਾ ਰਾਖਾਓ ਚੀਤ, ਤੁਮ ਕਉ ਦੁੱਖ ਨਹੀਂ ਭਾਈ ਮੀਤ। ਹੇ ਜੀਵ, ਤੈਨੂੰ ਦੁੱਖ ਨਹੀਂ ਲੱਗੇਗਾ ਜੇ ਪਰਾਏ ਦਾ ਬੁਰਾ ਸੋਚੇਗਾ ਤੱਕ ਵੀ ਨਾ। ਕਰਨਾ ਤਾਂ ਕਿਧਰੇ ਰਿਹਾ, ਇੰਨੀ ਤਾੜਨਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਉਂਦੇ ਆ ਜਿਨ੍ਹਾਂ ਨੇ ਵੈਦ ਰੂਪ ਸਤਿਗੁਰੂ ਜੀ ਦੇ ਕੋਲੋਂ ਨਾਮ ਰੂਪ ਦਾਰੂ ਲਿਆ ਹੈ, ਫਿਰ ਪਰਹੇਜ਼ ਸਤਿਗੁਰੂ ਜੀ ਦੀ ਸਿੱਖਿਆ ਜੀਵਨ ਦੇ ਅੰਦਰ ਧਾਰਨ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਤਿਨਾਂ ਦੀ ਸੁਰਤ ਜਿਹੜੀ ਬਲਵਾਨ ਹੋ ਜਾਣਾ ਕੀਤੀ ਹੈ। ਉਹਨਾਂ ਦਾ ਕਮਜ਼ੋਰ ਮਨ ਵੀ ਬਲਵਾਨ ਹੋ ਗਿਆ। ਜੋ ਮਨ ਮੰਨਦਾ ਨਹੀਂ ਸੀ ਨਾ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ, ਸਤ ਸੰਗਤ ਕਰਨੇ ਦੇ ਵਿੱਚ, ਗੁਰੂ ਕੀ ਸ਼ਰਨ ਵਿੱਚ ਆਉਣੇ ਵਿੱਚ, ਗੁਰੂ ਧਾਰਨ ਕਰਨੇ ਵਿੱਚ, ਉਹ ਮਨ ਜਿਹੜਾ ਫਿਰ ਮੰਨਣ ਲੱਗ ਪਿਆ। ਕਦੋਂ ਮੰਨਣ ਵਿੱਚ ਆਇਆ? ਜਦੋਂ ਮਹਾਰਾਜ ਸੱਚੇ ਪਾਤਸ਼ਾਹ ਵੈਦ ਰੂਪ ਪੂਰੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਇਆ। ਔਰ ਇਸੇ ਪ੍ਰਕਾਰ
ਜਿੰਨੀ ਦੇਰ ਤੱਕ ਬੁੱਧ ਕਮਜ਼ੋਰ ਹੈ ਨਾ, ਉਨੀ ਦੇਰ ਤੱਕ ਮਨੁੱਖ ਪਰਮਾਰਥ ਦੇ ਰਸਤੇ ਤੇ ਵੀ ਨਹੀਂ ਚੱਲ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਮੰਨਣ ਕੀਤਾ ਉਹਨਾਂ ਦੀ ਬੁੱਧ ਜਿਹੜੀ ਫਿਰ ਦੁਨੀਆ ਦੇ ਲੋਕਾਂ ਵਰਗੀ ਬੁੱਧ ਨਹੀਂ ਰਹਿ ਜਾਣਾ ਕੀਤੀ, ਆਤਮ ਵਿਸ਼ੈਣੀ ਬੁੱਧ ਬਣ ਗਈ। ਉਹਨਾਂ ਨੇ ਆਤਮਾ ਦੀ ਪਹਿਚਾਨਣ ਵਾਲੀ ਬੁੱਧੀ ਨੇ ਬਣ ਜਾਣਾ ਕੀਤਾ, ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਜੀ ਦੇ ਨਾਮ ਦਾ ਮੰਨਣ ਕਰ ਲਿਆ ਹੈ, ਜਿਨ੍ਹਾਂ ਨੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਨਿਸ਼ਚੈ ਕਰਕੇ ਜਾਣਿਆ ਕਿ ਇਹਦੇ ਵਿੱਚ ਹੀ ਸਾਡਾ ਭਲਾ ਹੈ। ਇਹ ਸਾਧ ਸੰਗਤ ਜੀ, ਸੁਰਤ ਨਾਮ ਚੇਤਨ ਦਾ ਵੀ ਹੈ। ਸੁਰਤ ਦਾ ਆਖਰੀ ਅਰਥ ਚੇਤਨ ਵੀ ਹੁੰਦਾ ਹੈ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਨਾਮ ਦਾ ਮੰਨਣ ਕੀਤਾ, ਉਹਨਾਂ ਦਾ ਮਨ ਵੀ ਚੇਤਨ ਦੇ ਵਿੱਚ ਮੰਨ ਗਿਆ ਕਿ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੈ। ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਜਗਤ ਅੰਦਰ ਐਸੀ ਸ਼ਕਤੀ ਨਹੀਂ ਜੋ ਜਗਤ ਨੂੰ ਚਲਾ ਰਹੀ ਹੋਵੇ। ਫਿਰ ਆਪਣੇ ਜੀਵਨ ਦੇ ਵਿੱਚ ਵੀ ਉਹ ਪ੍ਰੈਕਟੀਕਲ ਕਰਦਾ ਕਿ ਮੇਰੇ ਸਰੀਰ ਨੂੰ, ਮੇਰੇ ਇੰਦਰੀਆਂ ਨੂੰ, ਹਰ ਇੱਕ ਇੰਦਰੀ ਨੂੰ ਚਲਾਉਣ ਵਾਲੀ ਸ਼ਕਤੀ ਉਹ ਪਰਮਾਤਮਾ ਹੈ। ਜਿਸ ਪਰਮਾਤਮਾ ਦੀ ਸ਼ਕਤੀ ਦੁਆਰਾ ਮੇਰੀਆਂ ਅੱਖਾਂ ਦੇਖ ਰਹੀਆਂ ਨੇ, ਕੰਨ ਸੁਣ ਰਹੇ ਹੈ, ਹੱਥਾਂ ਪੈਰਾਂ ਦੇ ਨਾਲ ਇੰਦਰੀਆਂ ਦੇ ਦੁਆਰਾ ਇਹ ਕਿਰਿਆ ਕਰਦਾ ਹੈ, ਸੰਸਾਰ ਤੋਂ ਚੱਲ ਕਰਕੇ ਦੂਸਰੀ ਥਾਂ ਤੇ ਜਾਂਦਾ ਹੈ, ਫਿਰ ਜ਼ਬਾਨ ਤੋਂ ਬੋਲਦਾ ਹੈ, ਜ਼ਬਾਨ ਤੋਂ ਰਸ ਦਾ ਪਤਾ ਲੱਗਦਾ ਹੈ। ਹਰ ਇੱਕ ਇੰਦਰੀ ਨੂੰ ਚਲਾਉਣ ਵਾਲੀ ਸ਼ਕਤੀ ਕਿਹੜੀ ਹੈ? ਇਹ ਪਰਮਾਤਮਾ, ਪਰਮੇਸ਼ਰ ਦੀ ਸ਼ਕਤੀ ਚਲਾ ਰਹੀ ਹੈ। ਨਿਸ਼ਚੈ ਕਰਕੇ ਤਾਂ ਮਨ ਵਿੱਚ ਜਾਣਦਾ, ਮਨ ਤਾਂ ਇਹ ਮੰਨਣ ਵਿੱਚ ਆਉਂਦਾ ਜੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦਾ ਹੈ। ਫਿਰ ਹਜ਼ੂਰ ਕਹਿੰਦੇ ਹਨ, ਬੁੱਧੀ ਦੇ ਵਿੱਚ ਗਿਆਨ ਦਾ ਪ੍ਰਕਾਸ਼ ਤਾਂ ਹੁੰਦਾ ਜਦੋਂ ਪਰਮੇਸ਼ਰ ਦੇ ਨਾਮ ਦਾ ਮੰਨਣ ਕਰੇ। ਮਨ ਵਿੱਚ, ਬੁੱਧ ਵਿੱਚ ਚੇਤਨ ਪਰਮੇਸ਼ਰ ਸਾਖਸ਼ਾਤ ਹੋ ਜਾਂਦਾ। ਜਿਨ੍ਹਾਂ ਨੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਹਜ਼ੂਰ ਕਹਿੰਦੇ ਤਿੰਨਾਂ ਨੇ ਮਨ ਦੇ ਅੰਦਰ, ਬੁੱਧ ਦੇ ਅੰਦਰ ਸਾਖਸ਼ਾਤ ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਨੇ ਪ੍ਰਤੱਖ ਸਾਖਸ਼ਾਤ ਹੋ ਜਾਣਾ ਕੀਤਾ। ਔਰ ਇਸੇ ਪ੍ਰਕਾਰ ਹਜ਼ੂਰ ਨੇ ਵਚਨ ਕੀਤੇ ਹਨ, ਮੰਨੈ ਸੁਰਤ ਹੋਵੈ ਮਨ ਬੁੱਧ, ਰਤ ਨਾਮ ਹੈ ਪ੍ਰੀਤ ਦਾ। ਸੋ ਕਹਿੰਦੇ ਨੇ ਸ੍ਰੇਸ਼ਟ ਨੂੰ, ਸ੍ਰੇਸ਼ਟ ਪ੍ਰੀਤੀ ਕਿਹੜੀ ਹੈ? ਪਰਮਾਤਮਾ ਦੀ। ਜਗਤ ਅੰਦਰ ਭਾਵੇਂ ਧਨ ਦਾ ਪਿਆਰ ਹੈ, ਪਦਾਰਥਾਂ ਦਾ, ਸਖੀਆਂ ਦਾ, ਸੰਬੰਧੀਆਂ ਦਾ, ਮਿੱਤਰਾਂ ਦਾ, ਸਭ ਝੂਠਾ ਹੈ। ਮੈਂ ਨਹੀਂ ਕਹਿ ਰਿਹਾ, ਗੁਰੂ ਕੀ ਬਾਣੀ ਦੇ ਬਚਨ ਹੈ। ਸਤਿਗੁਰੂ ਜੀ ਫਰਮਾਉਂਦੇ ਆ ਨਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕਹਿੰਦੇ ਆਪਣੇ ਸਵਾਰਥਾਂ ਲਈ ਨੇੜੇ ਟੋਕ ਕੇ ਬੈਠਦੇ ਆ। ਜਦੋਂ ਦੇਖਿਆ ਕੋਈ ਹੁਣ ਸਵਾਰਥ ਨਹੀਂ ਇਹਦੇ ਕੋਲੋਂ, ਫਿਰ ਕੋਈ ਨਹੀਂ ਨੇੜੇ ਆਉਂਦਾ। ਔਕੜ ਦੇ ਵੇੜੇ ਕੌਣ ਨੇੜੇ ਆਉਂਦਾ? ਔਕੜ ਦੇ ਵੇੜੇ ਕੋਈ ਦੁੱਖ ਦੇ ਸਮੇਂ ਨੇੜੇ ਨਹੀਂ ਆਉਂਦਾ। ਜਦੋਂ ਸੁੱਖ ਹੁੰਦਾ ਤੇ ਫਿਰ ਭਾਵੇਂ ਕੋਈ ਨੇੜਤਾ ਦੀ ਰਿਸ਼ਤੇਦਾਰੀ ਵੀ ਨਾ ਹੋਵੇ ਤਾਂ ਵੀ ਕੱਢ ਲੈਣੀ ਕਿ ਇਹ ਤਾਂ ਸਾਡਾ ਬੜਾ ਪ੍ਰੇਮੀ ਸੀਗਾ, ਬੜਾ ਨਿਕਟਵਰਤੀ ਸੀ ਸਾਡਾ। ਇਹ ਸਵਾਰਥ ਹਨ। ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਆਉਂਦੇ ਆ, ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸਹਿ ਮਨ ਮੇਰੇ, ਤੇ ਸਭ ਆਪਣੇ ਸਵਾਇ ਮਿਲਾਸਾ, ਜਿਤ ਦਿਨ ਉਨ ਕਾ ਸੁਭਾਵ ਹੋਏ ਨਾ ਆਵੈ। ਸੁਭਾਵ ਦਾ ਅਰਥ ਹੈ ਸਵਾਰਥ, ਮਤਲਬ ਜਿਤ ਦਿਨ ਉਨ ਕਾ ਸੁਭਾਵ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਜਦੋਂ ਦੇਖਿਆ ਕਿ ਬੰਦੇ ਤੋਂ ਕੋਈ ਸਵਾਰਥ ਨਹੀਂ ਹੈ, ਸਾਨੂੰ ਕੋਈ ਮਤਲਬ ਨਹੀਂ ਹੋਣਾ, ਕੋਈ ਇਹਦੇ ਤੋਂ ਸਾਨੂੰ ਸੁੱਖ ਨਹੀਂ ਮਿਲਣ ਵਾਲਾ, ਫਿਰ ਕੋਈ ਨੇੜੇ ਟੋਕ ਕਰਕੇ ਨਹੀਂ ਬੈਠਦਾ। ਇਹ ਸੰਸਾਰ ਦੀ ਪ੍ਰੀਤੀ ਹੈ, ਇਹ ਦੁਨੀਆ ਦਾ ਪਿਆਰ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਸੋ ਰਤ ਸ੍ਰੇਸ਼ਟ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਉਹਨਾਂ ਦੇ ਮਨ ਵਿੱਚ ਪ੍ਰਗਟ ਹੋ ਗਈ ਹੈ। ਉਹਨਾਂ ਦੇ ਬੁੱਧੀ ਵਿੱਚ ਵੀ ਪਰਮੇਸ਼ਰ ਦੇ ਪਿਆਰ, ਮਨ ਦੇ ਵਿੱਚ ਵੀ ਪਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ। ਮੰਨੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨਾ ਕੀਤਾ, ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨਗੇ, ਹਜ਼ੂਰ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਉਜਾਗਰ ਹੋ ਜਾਵੇਗਾ। ਸਾਧ ਸੰਗਤ ਜੀ, ਜੋ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਹੈ, ਜਿਸ ਪਰਥਾਏ ਭਗਤ ਰਸਨਾ ਦੁਆਰਾ ਬਚਨ ਆਉਂਦੇ ਹੈ, ਜਿਨ੍ਹਾਂ ਨੇ ਮੰਨਣ ਕੀਤਾ ਉਹਨਾਂ ਨੇ ਆਪ ਮੁਹਾਰੇ ਹੋ ਕਰਕੇ ਬੇਨਤੀਆਂ ਕੀਤੀਆਂ, ਹੈ ਪਰਮਾਤਮਾ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਹੇ ਪਰਮਾਤਮਾ,
ਆਪ ਜੀ ਦੇ ਚਰਨਾਂ ਦੀ ਪ੍ਰੀਤ ਸੱਚੀ ਜਾਣ ਕੇ ਜਗਤ ਦੇ ਸਭ ਝੂਠਾ ਪਿਆਰ, ਦੁਨੀਆ ਦੀਆਂ ਝੂਠੀਆਂ ਪ੍ਰੀਤਾਂ ਜਾਣ ਕੇ ਮਹਾਰਾਜ ਆਪ ਜੀ ਦੇ ਚਰਨਾਂ ਦੇ ਨਾਲ ਚਿੱਤ ਜੋੜਿਆ ਹੈ। ਆਪ ਦੇ ਚਰਨਾਂ ਦੇ ਪ੍ਰੀਤ ਹਿਰਦੇ ਅੰਦਰ ਧਾਰਨ ਕੀਤੀ ਹੈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਜੀਵਨ ਭਰ ਦੁੱਖ ਵੇਲੇ ਸੁੱਖ ਵੇਲੇ ਸਮਾਨ ਬਿਰਤੀ ਰੱਖ ਕੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਅਵਸਥਾ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਐਸੀ ਪਰਮਾਤਮਾ ਨੇ ਉਹਨਾਂ ਦੀ ਸ਼ਰਧਾ ਰੂਪ ਝੋਲੀ ਵਿੱਚ ਦਾਤ ਪਾਈ। ਪਰਮੇਸ਼ਰ ਦੇ ਚਰਨਾਂ ਤੋਂ ਬਿਨਾਂ ਹੋਰ ਜਗਤ ਅੰਦਰ ਕੁਝ ਵੀ ਭਾਸਦਾ ਨਹੀਂ ਹੈ। ਜਗਤ ਅੰਦਰ ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਦਾ ਸਰੂਪ ਜੋ ਬ੍ਰਹਮ ਹੈ। ਸੁਰਤ ਸਾਧ ਸੰਗਤ ਜੀ ਚੇਤਨ ਦਾ ਨਾਮ ਹੈ ਤੇ ਚੇਤਨ ਨਾਮ ਬ੍ਰਹਮ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਫਿਰ ਜਿਹੜਾ ਮਨ ਸੰਸਾਰ ਨੂੰ ਸੱਚਾ ਭਾਸਦਾ ਸੀ ਨਾ, ਜਗਤ ਨੂੰ ਸੱਚਾ ਮੰਨਦਾ ਸੀ ਕਿ ਨਿਸ਼ਚੈ ਕਰਕੇ ਇਹੋ ਜਾਣਦਾ ਕਿ ਸੰਸਾਰ ਸੱਚਾ ਹੈ ਤੇ ਪਰਮਾਤਮਾ ਤੇ ਸ਼ੱਕ ਕਰਦਾ ਸੀ, ਉਹ ਮਨ ਫਿਰ ਜਗਤ ਨੂੰ ਫਿਰ ਅਸਤ ਜੜ ਦੁੱਖ ਰੂਪ ਮੰਨਣ ਲੱਗ ਪਿਆ ਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੇ ਭਰੋਸਾ ਵੱਧ ਗਿਆ। ਪਰਮਾਤਮਾ ਦਾ ਜੋ ਬ੍ਰਹਮ ਸਰੂਪ ਹੈ ਉਹਨੂੰ ਸਤ ਚੇਤਨ ਤੇ ਆਨੰਦ ਸਰੂਪ ਜਾਣ ਲੈਣਾ ਕੀਤਾ। ਕਿਵੇਂ? ਜੇ ਪਰਮਾਤਮਾ ਦੇ ਨਾਮ ਦਾ ਮੰਨਣ ਕੀਤਾ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਮੰਨਣ ਕਰ ਲਿਆ, ਹਜੂਰ ਕਹਿੰਦੇ ਹਨ ਉਹਨਾਂ ਦਾ ਮਨ ਵੀ ਮੰਨ ਗਿਆ ਕਿ ਬ੍ਰਹਮ ਹੈ, ਸਭ ਥਾਵਾਂ ਤੇ ਬ੍ਰਹਮ ਹੈ। ਉਹਨਾਂ ਦੀ ਬੁੱਧੀ ਦੇ ਵਿੱਚ ਵੀ ਐਸੀ ਗਿਆਤ ਆ ਗਈ, ਉਸ ਬੁੱਧੀ ਨੇ ਵੀ ਸਾਧ ਸੰਗਤ ਜੀ ਫਿਰ ਮਨ ਨੂੰ ਪ੍ਰੇਰਿਤ ਕਰਨਾ ਕੀਤਾ। ਜਿਹੜੀ ਬੁੱਧੀ ਪਹਿਲਾਂ ਸੰਸਾਰ ਦੇ ਅੰਦਰ ਬੁਰੇ ਫੁਰਨੇ ਮਨ ਵਿੱਚ ਲਿਆਉਂਦੀ ਸੀ, ਬੁਰੇ ਪਾਸੇ ਪ੍ਰੇਰਿਤ ਕਰ ਕਰਕੇ ਲੈ ਕੇ ਜਾਂਦੀ ਸੀ, ਉਹ ਬੁੱਧੀ ਦੇ ਵਿੱਚ ਵੀ ਗਿਆਤ ਆ ਗਈ। ਚੰਗੀ ਅਕਲ ਵਾਲੀ ਉਹ ਬੁੱਧ ਬਣ ਗਈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰ ਲਿਆ। ਫਿਰ ਸਾਧ ਸੰਗਤ ਉਹਨਾਂ ਦਾ ਮਨ ਜਿਹੜਾ ਹੈ ਭਟਕਦਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਬਚਨ ਆਉਂਦੇ ਆ ਨਾ, ਗੁਰਮਤਿ ਮਤ ਅਚਲ ਹੈ ਚਲਾਏ ਨਾ ਸਕੈ ਕੋਈ। ਜਿਹੜੀ ਗੁਰਮਤਿ ਦੀ ਮਤ ਹੈ ਇਹਨੂੰ ਕੋਈ ਚਲਾਏ ਮਨ ਨਹੀਂ ਕਰ ਸਕਦਾ, ਉਹਨਾਂ ਦੇ ਮਨ ਨੂੰ ਕੋਈ ਭਟਕਾ ਨਹੀਂ ਸਕਦਾ। ਉਹਨਾਂ ਦੀ ਬੁੱਧ ਸਾਧ ਸੰਗਤ ਜੀ ਅਹਿਰਨ ਦੀ ਤਰ੍ਹਾਂ ਹੋ ਜਾਂਦੀ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ। ਜਿਵੇਂ ਲੋਹਾਰ ਅਹਿਰਨ ਦੇ ਉੱਪਰ ਸਾਧ ਸੰਗਤ ਜੀ ਜਿਤਨੀਆਂ ਮਰਜ਼ੀ ਸੱਟਾਂ ਮਾਰੀ ਜਾਵੇ ਕੋਈ ਪਰਵਾਹ ਨਹੀਂ ਹੈ, ਇੱਦਾਂ ਅਹਿਰਨ ਵੜ ਗਈ ਉਹਨਾਂ ਗੁਰਮੁਖਾਂ ਦੀ ਮੱਤ ਬਣ ਜਾਂਦੀ ਹੈ। ਭਾਵੇਂ ਵੇਦਾਂ ਸ਼ਾਸਤਰਾਂ ਰੂਪ ਕਿੰਨੇ ਵੀ ਸੰਸਾਰ ਦੇ ਕਰਮ ਕਾਂਡਾਂ ਰੂਪੀ ਕੋਈ ਹਥੌੜੇ ਮਾਰਦਾ ਰਹੇ, ਖੋਟੀ ਸਿੱਖਿਆ ਨਾਸਤਿਕਤਾ ਵਾਲਾ ਭਾਵੇਂ ਕਿੰਨਾ ਵੀ ਕੋਈ ਪ੍ਰਚਾਰ ਕਰਦਾ ਰਹੇ, ਪਰ ਉਹਨਾਂ ਗੁਰਮੁਖਾਂ ਦੀ ਬੁਰ ਤੇ ਰੱਤਾ ਭਾਵ ਵੀ ਕੋਈ ਅਸਰ ਨਹੀਂ ਪੈਂਦਾ। ਉਹਨਾਂ ਦੀ ਮੱਤ ਅਹਿਰਨ ਦੀ ਤਰ੍ਹਾਂ ਹੋ ਜਾਂਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਉਂਦੇ ਆ, ਹੈ ਸਿੱਧੋ ਮੰਨੈ ਸੁਰਤ ਹੋਵੇ ਮਨ ਬੁੱਧ। ਜੋ ਸੁਰਤ ਚੇਤਨ ਪਰਮਾਤਮਾ ਦਾ ਸਰੂਪ ਹੈ, ਮਨ ਕਰਕੇ ਬੁੱਧ ਕਰਕੇ ਉਹ ਪਰਮੇਸ਼ਰ ਦੇ ਸਰੂਪ ਨੂੰ ਜਾਣ ਲਈਦਾ। ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ ਮਨ ਵਿੱਚ, ਬੁੱਧ ਵਿੱਚ, ਔਰ ਸੁਰਤੇ ਵਿੱਚ ਐਸੀ ਸ਼ਕਤੀ ਆ ਜਾਂਦੀ ਹੈ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨੇ ਕਰਕੇ ਫਿਰ ਬ੍ਰਹਮ ਹੀ ਬ੍ਰਹਮ ਸਭ ਥਾਵਾਂ ਤੇ ਦਿਸਦਾ ਹੈ। ਸੁਰਤ ਜਿਹੜੀ ਹੈ ਸ਼ਬਦ ਦੇ ਨਾਲ ਜੁੜ ਜਾਂਦੀ, ਐਸੀ ਤਾਕਤ ਮਿਲ ਜਾਂਦੀ ਹੈ, ਐਸਾ ਬਲ ਸੁਰਤ ਨੂੰ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਦੇ ਵਿੱਚ ਵੀ ਮੰਨਣ ਸ਼ਕਤੀ ਦਾ ਬਲ ਆ ਜਾਂਦਾ ਹੈ, ਫਿਰ ਬੁੱਧ ਦੇ ਵਿੱਚ ਵੀ ਚੰਗੇ ਪਾਸੇ ਮਨ ਨੂੰ ਚਲਾਉਣ ਦੀ ਐਸੀ ਸ਼ਕਤੀ ਆ ਜਾਂਦੀ ਹੈ। ਜੇ ਪਰਮੇਸ਼ਰ ਦੇ ਨਾਮ ਦਾ ਕੋਈ ਮੰਨਣ ਕਰ ਲੈਣਾ ਕਰੇ, ਭਾਵਨਾ ਦੇ ਸਹਿਤ ਵਾਹਿਗੁਰੂ ਦੇ ਨਾਮ ਦਾ ਮੰਨਣ ਕਰੇ। ਮੰਨੈ ਸਗਲ ਭਵਨ ਕੀ ਸੁਧ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਸਿੱਧੋ ਸਭ ਭਵਨਾਂ ਦੀ ਗਿਆਤ ਹੋ ਜਾਂਦੀ ਹੈ ਮਨੁੱਖ ਨੂੰ ਜੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰੇ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਦਾ ਮੰਨਣ ਕੀਤਾ, ਸਗਲ ਭਵਨ ਕੀ ਸੁਧ, ਉਹਨਾਂ ਨੂੰ ਅੰਤਰਜਾਮਤਾ ਹੋ ਗਈ ਕਿ ਭਵਨ ਸਾਧ ਸੰਗਤ ਜੀ ਤਿੰਨਾਂ ਸਮਿਆਂ ਦੇ ਅੰਦਰ, ਤਿੰਨਾਂ ਲੋਕਾਂ ਦੇ ਅੰਦਰ ਫਿਰ ਕੀ ਵਰਤਾਰਾ ਵਰਤ ਰਿਹਾ ਸੀ, ਕੀ ਵਰਤਿਆ ਸੀ, ਕੀ ਵਰਤ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੀ ਵਰਤੇਗਾ। ਫਿਰ ਇਕੱਲਾ ਮਾਤ ਲੋਕ ਦੀ ਅੰਤਰਜਾਮਤਾ ਨਹੀਂ ਹੈ, ਪਤਾਲ ਦੇ ਵਿੱਚ ਕੀ ਵਰਤ ਰਿਹਾ ਹੈ, ਆਕਾਸ਼ ਵਿੱਚ ਇਹਦਾ ਆਕਾਸ਼, ਜੀਵਾਂ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ, ਇਹ ਸਾਰੀ ਅੰਤਰਜਾਮਤਾ ਤਿੰਨਾਂ ਗੁਰਮੁਖਾਂ ਨੂੰ ਹੋ ਜਾਂਦੀ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦੇ ਹਨ, ਮੰਨੈ ਸਗਲ ਭਵਨ ਕੀ ਸੁਧ। ਤੇ ਭਵਨ ਸਾਧ ਸੰਗਤ ਜੀ ਨਾਮ ਅਵਸਥਾਵਾਂ ਦਾ ਵੀ ਹੈ, ਜਾਗਰਤ, ਸੁਪਨ ਅਤੇ ਸੁਖੋਪਰ। ਇਹ ਤਿੰਨ ਜਿਹੜੀਆਂ ਜੀਵ ਦੀਆਂ ਅਵਸਥਾਵਾਂ ਰੂਪੀ ਭਵਨ ਹੈ, ਤਿੰਨਾਂ ਅਵਸਥਾ ਦਾ ਇਹਨਾਂ ਦਾ ਜੋ ਅਭਿਮਾਨੀ ਪਰਮੇਸ਼ਰ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਗਿਆਤ ਹੋ ਜਾਂਦੀ ਹੈ ਜੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੇ ਸ਼ਬਦ ਦਾ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਮੰਨਣ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਖਸ਼ਿਆ ਹੋਇਆ ਉਪਦੇਸ਼ ਹੈ, ਆਪਣੇ ਜੀਵਨ ਦੇ ਵਿੱਚ ਕਦੇ ਵਿਸਾਰਦਾ ਨਹੀਂ। ਉਹ ਜੀਵ ਸਭ ਭਵਨਾਂ ਦਾ ਗਿਆਤਾ ਹੋ ਜਾਂਦਾ ਹੈ। ਔਰ ਭਵਨ ਨਾਮ ਸਾਧ ਸੰਗਤ ਭਾਵਨੀ ਦਾ ਵੀ ਹੈ। ਮੰਨੈ ਸਗਲ ਭਵਨ ਕੀ ਸੁਧ। ਜਿਨ੍ਹਾਂ ਨੇ ਹਰ ਪ੍ਰਕਾਰ ਭਾਵਨਾ ਹੀ ਮਨ ਵਿੱਚ ਧਾਰਨ ਕਰਕੇ ਰੱਖੀ, ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੀ ਭਾਵਨਾ ਦੇ ਅੰਦਰ ਧਾਰਨ ਕੀਤੀ ਹੈ, ਪਰਮੇਸ਼ਰ ਦੇ ਵਾਹਿਗੁਰੂ ਦੇ ਸਰੂਪ ਦੇ ਉੱਪਰ ਭਰੋਸਾ ਰੱਖਿਆ, ਹਜੂਰ ਕਹਿੰਦੇ ਸਗਲ ਸਭ ਥਾਵਾਂ ਤੇ ਸਾਧ ਸੰਗਤ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਪ੍ਰਕਾਰ ਉਹਨਾਂ ਦੀ ਗਿਆਤ ਹੋ ਜਾਂਦੀ ਹੈ। ਐਸੇ ਗੁਰਮੁਖ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ। ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਗੁਰਸਿੱਖ ਭਾਈ ਰਾਮ ਕੋਇਰ ਜੀ, ਇਤਿਹਾਸ ਅੰਦਰ ਜ਼ਿਕਰ ਆਉਂਦਾ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਦੇ ਵਿੱਚੋਂ 7ਵੀਂ ਥਾਂ ਤੇ ਭਾਈ ਰਾਮ ਕੋਇਰ ਜੀ ਹੋਏ ਹੈ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਨਾਮ ਇਹਨਾਂ ਦਾ ਆਇਆ। ਐਸੇ ਅੰਤਰਜਾਮਤਾ ਵਾਲੇ ਗੁਰਮੁਖ ਪਿਆਰੇ, ਬੰਦਗੀ ਕਰਨ ਵਾਲੇ ਇਹ ਮਹਾਂਪੁਰਖ ਹੋਏ ਹੈ, ਜਿਨ੍ਹਾਂ ਨੇ ਅੰਤਰਜਾਮਤਾ ਦੇ ਨਾਲ ਇਹ ਸਭ ਕੁਝ ਦੇਖਿਆ ਸੀ ਕਿ ਪਹਿਲੇ ਸਰੂਪ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀ ਕੌਤਕ ਕੀਤੇ ਹਨ। ਦਸਮ ਪਿਤਾ ਗੁਰੂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਮੇਂ ਹੋਏ ਹੈ ਭਾਈ ਰਾਮ ਕੋਇਰ ਜੀ। ਫਿਰ ਪਹਿਲੇ ਸਰੂਪ ਦੇ ਅੰਦਰ ਸਤਿਗੁਰਾਂ ਦੇ ਜੀਵਨ ਜਿਹੜੇ ਕੀਤੇ ਹੋਏ ਬੇਅੰਤ ਕੌਤਕ ਉਹ ਜਾਣ ਲੈਣਾ ਕੀਤੇ। ਫਿਰ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਰੂਪ ਅੰਦਰ ਦੂਸਰੇ ਸਰੂਪ ਵਿੱਚ ਕੀ ਕੌਤਕ ਕੀਤੇ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਤੀਸਰੇ ਸਰੂਪ ਵਿੱਚ ਕੀ ਕੌਤਕ ਕੀਤੇ ਸਭ ਜਾਣ ਲਏ। ਫਿਰ ਜੋ ਦਸਮ ਪਿਤਾ ਜੀਵਨ ਕਾਲ ਦੌਰਾਨ ਜਿੰਨੇ ਵੀ ਕੌਤਕ ਕੀਤੇ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਭਾਈ ਰਾਮ ਕੋਇਰ ਜੀ ਨੇ ਸਿੱਖ ਸੰਗਤਾਂ ਨੂੰ ਆਪ ਆਪਣੀ ਰਸਨਾ ਤੋਂ ਸੁਣਾਏ, ਜਿਨ੍ਹਾਂ ਨੂੰ ਸੂਰਜ ਪ੍ਰਕਾਸ਼ ਦੇ ਕਰਤਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਕਾਵ ਰਚਨਾ ਦੇ ਵਿੱਚ ਦਰਜ ਕੀਤਾ ਹੈ। ਜਿਵੇਂ ਜਿਵੇਂ ਭਾਈ ਰਾਮ ਕੋਇਰ ਜੀ ਨੇ ਸੰਗਤ ਨੂੰ ਇਤਿਹਾਸ ਸੁਣਾਇਆ ਹੈ, ਤਿਵੇਂ ਤਿਵੇਂ ਭਾਈ ਸੰਤੋਖ ਸਿੰਘ ਜੀ ਨੇ ਉਹਦਾ ਇਤਿਹਾਸ ਉਹ ਕਾਵ ਰੂਪ ਦੇ ਵਿੱਚ ਉਹਨੂੰ ਦਰਜ ਕਰਨਾ ਕੀਤਾ। ਇਹ ਸਾਰੀ ਗਿਆਤ ਕਿਵੇਂ ਹੋਈ? ਮੰਨਣ ਕਰਕੇ। ਕਿਉਂਕਿ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਇਤਨਾ ਜ਼ਿਆਦਾ ਪਿਆਰ ਸੀਗਾ ਭਾਈ ਰਾਮ ਕੋਇਰ ਜੀ ਦਾ। ਜਿੰਨੀ ਦੇਰ ਤੱਕ ਬਾਜਾਂ ਵਾਲੇ ਸਤਿਗੁਰੂ ਜੀ ਦੇ ਦੀਦਾਰ ਨਹੀਂ ਸਨ ਕਰ ਲੈਂਦੇ, ਉਨੀ ਦੇਰ ਤੱਕ ਛਕਣ ਦੇ ਵਾਸਤੇ ਕੁਝ ਮੁੱਖ ਵਿੱਚ ਜਲ ਤੱਕ ਵੀ ਕਦੇ ਨਹੀਂ ਸਨ ਪਾਉਂਦੇ। ਇੰਨਾ ਪਿਆਰ ਸੀ ਗੁਰੂ ਚਰਨਾਂ ਦੇ ਨਾਲ, ਜਿਵੇਂ ਮੱਛੀ ਦਾ ਪਾਣੀ ਦੇ ਨਾਲ ਪਿਆਰ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਜਦੋਂ ਹਜੂਰ ਸਾਹਿਬ ਦੀ ਧਰਤੀ ਤੇ ਆਉਣ ਲੱਗੇ ਆ ਨਾ ਪੰਜਾਬ ਤੋਂ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਸਮੇਂ ਭਾਈ ਰਾਮ ਕੋਇਰ ਜੀ ਵੀ ਨਾਲ ਆ ਰਹੇ, ਤੇ ਇਹਨਾਂ ਦੇ ਮਾਤਾ ਜੀ ਨੇ ਬੇਨਤੀ ਕੀਤੀ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਨੂੰ, ਹੇ ਮਹਾਰਾਜ ਮੈਂ ਇਕੱਲੀ ਹਾਂ, ਹੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪੁੱਤਰ ਨੂੰ ਮੇਰੇ ਕੋਲ ਇੱਥੇ ਰਹਿਣ ਦੇਵੋ। ਬਾਰ-ਬਾਰ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਤੁਸੀਂ ਇੱਥੇ ਹੀ ਰਹੋ, ਤੇ ਦੋਵੇਂ ਹੱਥ ਜੋੜ ਕੇ ਚਰਨ ਫੜ ਲਏ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ। ਹੈ ਮਹਾਰਾਜ ਜੀਵਨ ਦੇ ਵਿੱਚ ਨੇਮ ਬਣਾਇਆ ਹੋਇਆ, ਜਿੰਨੀ ਦੇਰ ਤੱਕ ਆਪ ਜੀ ਦੇ ਦਰਸ਼ਨ ਨਾ ਕਰਾਂ ਮੈਂ ਕੁਝ ਛਕਦਾ ਤੱਕ ਵੀ ਨਹੀਂ ਹਾਂ। ਹੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਇੰਨੀ ਦੂਰ ਚਲੇ ਜਾਵੋਗੇ ਤੇ ਸਤਿਗੁਰੂ ਜੀ ਤੁਹਾਡੇ ਦੀਦਾਰ ਕਿਵੇਂ ਮੈਨੂੰ ਹੋਇਆ ਕਰਨਗੇ, ਮੇਰਾ ਨੇਮ ਕਿਵੇਂ ਪੂਰਾ ਹੋਵੇਗਾ। ਪ੍ਰੇਮ ਦੇ ਨਾਲ ਮੈਂ ਨੇਮ ਆਪਣੇ ਜੀਵਨ ਦੇ ਵਿੱਚ ਢਾਲਿਆ ਹੈ। ਹਜੂਰ ਨੇ ਇਹ ਵਚਨ ਕੀਤੇ ਕਿ ਭਾਈ ਰਾਮ ਕੋਇਰ ਜੀ ਤੁਹਾਡਾ ਨੇਮ ਅਕਾਲ ਪੁਰਖ ਪਰਮੇਸ਼ਰ ਨਿਭਾਵੇਗਾ। ਜਦੋਂ ਜੰਗਲ ਦੇ ਵਿਚਕਾਰ ਖੇਡਣ ਦੇ ਬਹਾਨੇ ਜਾਵੋਗੇ, ਅਰਦਾਸ ਕਰੋਗੇ ਪ੍ਰਤੱਖ
ਸਾਖਸ਼ਾਤ ਪ੍ਰਗਟ ਹੋ ਕੇ ਤੁਹਾਨੂੰ ਦਰਸ਼ਨ ਦਿਆ ਕਰਾਂਗੇ। ਤੇ ਸਾਧ ਸੰਗਤ ਜੀ, ਜਿਤਨਾ ਵੀ ਸਮਾਂ ਸਰੀਰ ਕਰਕੇ ਭਾਈ ਰਾਮ ਕੋਇਰ ਜੀ ਰਹੇ ਹੈ, ਸ਼ਿਕਾਰ ਖੇਡਣ ਦੇ ਬਹਾਨੇ ਜੰਗਲ ਵਿੱਚ ਜਾਣਾ, ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ, ਸਤਿਗੁਰੂ ਜੀ ਨੇ ਪ੍ਰਤੱਖ ਪ੍ਰਗਟ ਹੋ ਕੇ ਦੀਦਾਰਤ ਬਖਸ਼ਿਸ਼ ਕਰਨੇ, ਔਰ ਜੀਵਨ ਭਰ ਇਸੇ ਤਰ੍ਹਾਂ ਹੀ ਹੁੰਦਾ ਰਿਹਾ। ਐਸੀ ਮਹਾਨ ਉਹਨਾਂ ਗੁਰਮੁਖਾਂ ਨੂੰ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦੇ ਹਨ, ਮੰਨੈ ਸਗਲ ਪਾਵਨ ਕੀ ਸੁਧ। ਤੇ ਸਾਧ ਸੰਗਤ ਜੀ, ਪਹਿਲੇ ਜਾਮੇ ਅੰਦਰ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਾਏ ਭੋਏ ਦੀ ਤਲਵੰਡੀ ਮਾਤਾ ਤ੍ਰਿਪਤਾ ਜੀ ਪ੍ਰਸ਼ਾਦਾ ਤਿਆਰ ਕਰ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਈ। ਤੇ ਉਸ ਸਮੇਂ ਸਾਧ ਸੰਗਤ ਜੀ, ਸਤਿਗੁਰੂ ਜੀ ਵਿਸ਼ਰਾਮ ਕਰ ਰਹੇ ਨੇ, ਆਪਣੇ ਸਰੀਰ ਦੇ ਉੱਪਰ ਚਾਦਰਾ ਲਿਆ ਹੋਇਆ। ਸੱਜੇ ਚਰਨ ਦਾ ਜੋ ਸਾਧ ਸੰਗਤ ਬਾਹਰ ਨਜ਼ਰ ਆ ਰਿਹਾ, ਬਾਕੀ ਸਾਰੇ ਸਰੀਰ ਦੇ ਉੱਪਰ ਚਾਦਰਾ ਲਿਆ ਹੋਇਆ। ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਣਾ ਕੀਤਾ ਹੈ, ਉਸ ਸਮੇਂ ਮਾਤਾ ਜੀ ਨੇ ਦਾਸੀ ਨੂੰ ਭੇਜਿਆ ਕਿ ਜਾਓ ਸਾਹਿਬਜ਼ਾਦਾ ਜੀ ਨੂੰ ਉਠਾ ਕਰਕੇ ਲੈ ਕੇ ਆਵੋ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਾਸੀ ਉਠਾਉਣ ਵਾਸਤੇ ਆਈ ਤੇ ਆ ਕੇ ਕੀ ਦੇਖਿਆ ਕਿ ਸਤਿਗੁਰੂ ਜੀ ਵਿਸ਼ਰਾਮ ਕਰ ਰਹੇ ਨੇ। ਸਾਧ ਸੰਗਤ ਉਹਦੇ ਭਾਗ ਜਾਗ ਪਏ। ਉਠਾਉਣ ਦੀ ਥਾਂ ਤੇ ਸਤਿਗੁਰੂ ਜੀ ਦੇ ਸੱਜੇ ਚਰਨ ਦਾ ਜੋ ਅੰਗੂਠਾ ਸੀ ਮੁਖ ਦੇ ਵਿੱਚ ਪਾ ਲਿਆ। ਜਦੋਂ ਸਪਰਸ਼ ਹੋਇਆ, ਉਸੇ ਸਮੇਂ ਦੇਸ ਕਾਲ ਵਸਤੂ ਭੁੱਲ ਗਿਆ ਤੇ ਅੰਤਰਜਾਮਤਾ ਹੋ ਗਈ। ਸਾਰੇ ਭਵਨਾਂ ਦਾ ਗਿਆਨ ਹਿਰਦੇ ਵਿੱਚ ਹੋ ਗਿਆ। ਫਿਰ ਮਨ ਵਿੱਚ ਵਿਚਾਰ ਕੀਤੀ ਕਿ ਸਤਿਗੁਰੂ ਜੀ ਅਗਲੇ ਸਰੂਪ ਦੇ ਵਿੱਚ ਕੀ ਕੌਤਕ ਕਰਨ ਵਾਲੇ ਹੈ। ਫੁਰਨੇ ਦੇ ਨਾਲ ਹੀ ਦੇਖਿਆ, ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰੂਪ ਵਿੱਚ ਭਾਵ ਦੂਸਰਾ ਸਰੂਪ ਧਾਰਨ ਕੀਤਾ। ਤੇ ਗਰੀਬ ਨਵਾਜ ਸਤਿਗੁਰੂ ਜੀ ਆਪਣੇ ਪਿਆਰੇ ਗੁਰਸਿੱਖ ਭਾਈ ਮਨ ਸੁਖ ਦਾ ਡੁੱਬਦਾ ਹੋਇਆ ਬੇੜਾ ਪਾਰ ਕਰ ਰਹੇ ਨੇ। ਕਿਉਂਕਿ ਸੰਗਲਾ ਦੀਪ ਦੇ ਵਿੱਚ ਜੋ ਸਾਧ ਸੰਗਤ ਵਪਾਰ ਕਰਨ ਵਾਸਤੇ ਜਾਂਦੇ ਭਾਈ ਮਨ ਸੁਖ ਜੀ ਰਸਤੇ ਵਿੱਚ ਕਿਸੇ ਕਾਰਨ ਕਰਕੇ ਅਟਕ ਪੈ ਗਈ। ਨਾਲ ਦੇ ਸਾਥੀਆਂ ਨੇ ਯਤਨ ਕੀਤਾ, ਪਰ ਫਿਰ ਵੀ ਬੇੜਾ ਉੱਥੋਂ ਤੁਰਿਆ ਨਾ। ਮਹਾਰਾਜ ਸੱਚੇ ਪਾਤਸ਼ਾਹ ਮੋਢਾ ਲਾ ਕਰਕੇ ਆਪਣੇ ਪਿਆਰੇ ਗੁਰਸਿੱਖ ਭਾਈ ਮਨ ਸੁਖ ਦਾ ਬੇੜਾ ਅੱਗੇ ਤੋਰਦੇ ਪਏ। ਇਹ ਜਦੋਂ ਕੌਤਕ ਦੇਖਿਆ, ਉਸ ਸਮੇਂ ਦਾਸੀ ਜਾਗ ਕਰਕੇ ਮਾਤਾ ਜੀ ਨੂੰ ਦੱਸਦੀ ਹੈ। ਜਦੋਂ ਪੁੱਛਦੀ ਹੈ ਕਿ ਸਤਿਗੁਰੂ ਜੀ ਨੂੰ ਉਠਾ ਲਾਈ ਹੈ, ਤੇ ਕਹਿਣ ਲੱਗੇ, ਹੇ ਮਾਤਾ ਜੀ, ਜਦੋਂ ਸਤਿਗੁਰੂ ਜੀ ਸਿੱਖ ਦਾ ਬੇੜਾ ਪਾਰ ਕਰਨ ਦਾ ਕਾਰਜ ਕਰਕੇ ਆ ਜਾਣਗੇ, ਫਿਰ ਮੈਂ ਬੁਲਾ ਕੇ ਲੈ ਆਵਾਂਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਚਰਨ ਸਪਰਸ਼ ਕਰਨੇ ਕਰਕੇ ਐਸੀ ਅੰਤਰਜਾਮਤਾ ਪ੍ਰਾਪਤ ਹੋ ਗਈ। ਤੇ ਫਿਰ ਮਾਤਾ ਜੀ ਆਪ ਆਏ, ਆ ਕੇ ਸਤਿਗੁਰੂ ਜੀ ਨੇ ਉਠਾਇਆ ਤੇ ਥੋੜਾ ਖਿਜੇ ਦੇ ਸੁਭਾਅ ਦੇ ਨਾਲ ਕਹਿਣ ਲੱਗੇ ਕਿ ਹੇ ਸਤਿਗੁਰੂ ਜੀ, ਇਹ ਤਾਂ ਦਾਸੀ ਵੀ ਹੁਣ ਮੈਨੂੰ ਮਖੌਲ ਕਰਨ ਲੱਗ ਪਈ ਹੈ। ਹੋਰ ਲੋਕ ਤਾਂ ਮਖੌਲ ਕਰਦੇ ਸਨ, ਕੋਈ ਕੁਝ ਤੁਹਾਡੇ ਪ੍ਰਤੀ ਬੋਲਦਾ, ਕੁਝ ਬੋਲਦਾ, ਹੁਣ ਤਾਂ ਮੈਨੂੰ ਦਾਸੀ ਵੀ, ਇਹ ਨੌਕਰਾਣੀ ਵੀ ਮਖੌਲ ਕਰਨ ਲੱਗ ਪਈ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਜੀ ਨੇ ਪੁੱਛਿਆ ਕਿ ਮਾਤਾ ਜੀ ਕੀ ਆਖਦੀ ਹੈ ਦਾਸੀ? ਕਹਿਣ ਲੱਗੀ, ਦਾਸੀ ਨੇ ਮੈਨੂੰ ਆ ਕੇ ਕਿਹਾ ਜਦੋਂ ਮੈਂ ਉਠਾਉਣ ਲਈ ਤੁਹਾਨੂੰ ਭੇਜਿਆ ਸੀਗਾ ਕਿ ਜਾਓ ਸਤਿਗੁਰੂ ਜੀ ਨੂੰ ਉਠਾ ਕਰਕੇ ਲਿਆ। ਤੇ ਆ ਕਰਕੇ ਮੈਨੂੰ ਕਹਿੰਦੀ ਕਿ ਆਪਣੇ ਗੁਰਸਿੱਖ ਭਾਈ ਮਨ ਸੁਖ ਦਾ ਬੇੜਾ ਜਦੋਂ ਪਾਰ ਕਰਨ ਦਾ ਕਾਰਜ ਕਰਕੇ ਆ ਜਾਣਗੇ, ਤੇ ਫਿਰ ਮੈਂ ਉਹਨਾਂ ਨੂੰ ਬੁਲਾ ਲਿਆਵਾਂਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰੂ ਜੀ ਨੇ ਜਾਣ ਲਿਆ ਕਿ ਇਸ ਨੇ ਸਾਡੇ ਕੌਤਕ ਜਾਣ ਲਏ ਹੈ। ਉਸ ਸਮੇਂ ਹਜ਼ੂਰ ਨੇ ਵਚਨ ਕੀਤਾ ਕਿ ਨਹੀਂ ਮਾਤਾ ਜੀ, ਤਾਂ ਕਮਲੀ ਐਵੇਂ ਮਾਰਦੀ, ਇਹਦੀਆਂ ਗੱਲਾਂ ਤੇ ਯਕੀਨ ਨਾ ਕਰਨਾ। ਫਿਰ ਮੋਹ ਦੀ ਕਨਾਤ ਤਾਣ ਦਿੱਤੀ, ਪਤਾ ਨਹੀਂ ਲੱਗਣ ਦਿੱਤਾ, ਆਪਣਾ ਸਰੂਪ ਪ੍ਰਤੱਖ ਜ਼ਾਹਰ ਨਹੀਂ ਕੀਤਾ। ਆਪ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਵਡਿਆਈ ਕਰਾਈ। ਗਰੀਬ ਨਵਾਜ ਸਤਿਗੁਰੂ ਜੀ ਨੇ ਜਦੋਂ ਵਚਨ ਕੀਤਾ ਤੇ ਉਹ ਦਾਸੀ ਸੱਚ ਹੀ ਕਮਲੀ ਹੋ ਗਈ। ਜਗਤ ਕਰਕੇ ਭਾਵੇਂ ਕਮਲੀ ਹੋ ਗਈ, ਪਰ ਹਿਰਦੇ ਕਰਕੇ ਆਨੰਦ ਉਸੇ ਤਰ੍ਹਾਂ ਹੀ ਰਿਹਾ। ਅੰਦਰ ਦੀ ਜਿਹੜੀ ਅਵਸਥਾ ਸੀਗੀ ਉਹ ਉਸੇ ਤਰ੍ਹਾਂ ਹੀ ਰਹੀ। ਐਸੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਗਿਆਤ ਪ੍ਰਾਪਤ ਹੋ ਜਾਂਦੀ ਹੈ, ਮੰਨੈ ਸਗਲ ਪਾਵਨ ਕੀ ਸੁਧ। ਤੇ ਜਿਵੇਂ ਸਾਧ ਸੰਗਤ ਜੀ, ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕਰਦੇ ਸਨ। ਭਾਈ ਰਾਮਾ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਨੇ ਕਰਕੇ ਸਾਧ ਸੰਗਤ ਜੀ ਅੰਤਰਜਾਮਤਾ ਪ੍ਰਾਪਤ ਹੋ ਗਈ ਸੀ। ਗਰੀਬ ਨਵਾਜ
ਮਹਾਰਾਜ ਸੱਚੇ ਪਾਤਸ਼ਾਹ ਦੇ ਬੇਅੰਤ ਐਸੇ ਕੌਤਕ ਹਨ, ਬੇਅੰਤ ਐਸੇ ਸਿੱਖ ਹਨ ਜਿਨ੍ਹਾਂ ਨੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਨਾਮ ਦਾ ਮੰਨਣ ਕੀਤਾ ਹੈ। ਸੋ ਇਸ ਪ੍ਰਕਾਰ ਹਜੂਰ ਨੇ ਫਰਮਾਨ ਕੀਤਾ, ਹੇ ਸਿੱਧੋ ਮੰਨੈ ਸਗਲ ਭਵਨ ਕੀ ਸੁਧ। ਸਾਰੇ ਭਵਨਾਂ ਦੀ ਗਿਆਤ ਸੁਧ ਪ੍ਰਾਪਤ ਹੋ ਜਾਂਦੀ ਹੈ, ਹਰ ਪ੍ਰਕਾਰ ਦੀ ਜੀਵ ਨੂੰ ਅੰਤਰਜਾਮਤਾ ਹੋ ਜਾਂਦੀ ਹੈ ਔਰ ਲੰਘੇ ਹੋਏ ਸਮੇਂ ਦੀ, ਵਰਤਮਾਨ ਸਮੇਂ ਦੀ, ਭਵਿੱਖਤ ਸਮੇਂ ਦੇ ਗਿਆਨ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ ਜੇ ਭਾਵਨਾ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਮੰਨਣ ਕਰ ਲਵੇ। ਮੰਨੈ ਮੋਹਿ ਚੋਟਾ ਨਾ ਖਾਏ। ਇਹ ਮਹਾਰਾਜ ਸੱਚੇ ਪਾਤਸ਼ਾਹ ਹੋਰ ਵੀ ਮਹਿਮਾ ਕਥਨ ਕਰਕੇ ਦੱਸੋ। ਹਜੂਰ ਕਹਿੰਦੇ, ਹੈ ਸਿੱਧੋ, ਜਗਤ ਅੰਦਰ ਮਨੁੱਖ ਜੇ ਮੰਦੇ ਕਰਮ ਕਰਦਾ ਹੈ ਨਾ, ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਤੇ ਜਮਾਂ ਦੇ ਵਸ ਵਿੱਚ ਪੈਣਾ ਪੈਂਦਾ ਹੈ। ਜਮ ਗਲ ਵਿੱਚ ਫਾਹੀ ਪਾ ਕੇ ਜੀਵ ਨੂੰ ਲੈ ਜਾਂਦੇ ਹੈ, ਫਿਰ ਕਿੰਨੀਆਂ ਕਿੰਨੀਆਂ ਸਜ਼ਾਵਾਂ ਦਿੰਦੇ ਹੈ। ਪਰ ਪਰਮੇਸ਼ਰ ਦੇ ਨਾਮ ਦੇ ਮੰਨਣ ਦੀ ਐਸੀ ਸ਼ਕਤੀ ਹੈ, ਜਮਾਂ ਦੇ ਵਸੀਕਾਰ ਨਹੀਂ ਪੈਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ ਕਿ ਸੰਸਾਰ ਦੇ ਅੰਦਰ ਪਰਮੇਸ਼ਰ ਦੀ ਰੰਗਾਂ ਰੰਗਾਂ ਦੀ ਪੈਦਾ ਕੀਤੀ ਹੋਈ ਮੋਹ ਮਮਤਾ, ਇਹ ਮਾਇਆ ਹੈ। ਜਗਤ ਦੀ ਜਿਹੜੀ ਮਮਤਾ ਹੈ, ਚਾਹੇ ਉਹ ਧਨ ਕਰਕੇ ਹੈ, ਚਾਹੇ ਸਰੀਰ ਕਰਕੇ ਹੈ, ਉਹ ਰੰਗਾਂ ਰੰਗਾਂ ਦੀ ਪੈਦਾ ਕੀਤੀ ਹੋਈ ਮਾਇਆ ਦੀ ਜਿਹੜੀ ਮੋਹ ਮਮਤਾ ਹੈ, ਉਹ ਭਾਵੇਂ ਜੜ ਹੈ ਚਾਹੇ ਚੇਤਨ ਹੈ। ਜਿਸ ਵਿੱਚ ਮਨ ਪਰ ਜਾਂਦਾ ਉਹ ਮਾਇਆ ਰੂਪ ਜਾਣੋ। ਤੇ ਹਜੂਰ ਨੇ ਫਰਮਾਨ ਕੀਤਾ, ਮੰਨੈ ਮੋਹ ਚੋਟਾ ਨਾ ਖਾਏ। ਕਹਿੰਦੇ ਹਨ ਕਿ ਮੋਹ ਦੀਆਂ ਚੋਟਾਂ ਵੀ ਜੀਵ ਨੂੰ ਨਹੀਂ ਖਾਣੀਆਂ ਪੈਂਦੀਆਂ ਜੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰ ਲਵੇ ਤਾਂ। ਸਾਧ ਸੰਗਤ ਜੀ, ਮੋਹ ਐਸਾ ਅਜਿੱਤ ਸੂਰਮਾ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਬਚਨ ਕੀਤੇ ਹੈ, ਹੇ ਅਜਿੱਤ ਸੂਰ ਸੰਗਰਾਮੰ ਅਤ ਬਦਨਾ ਬਹੁ ਮਰਦਨ ਹੈ, ਗਣ ਗੰਧਰਵ ਦੇਵ ਮਾਨੁਖਯੰ ਪਸ ਪੰਖੀ ਵਿਬੋਹਨ ਹੈ, ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰ ਹੈ। ਹੇ ਮੋਹ ਰੂਪੀ ਸੂਰਮੇ, ਆਪਣੇ ਬਲ ਦੇ ਨਾਲ ਤੈਨੂੰ ਕੋਈ ਜਿੱਤ ਨਹੀਂ ਸਕਦਾ। ਕਿਸੇ ਜੀਵ ਵਿੱਚ ਐਨੀ ਤਾਕਤ ਨਹੀਂ ਹੈ, ਤਿੰਨਾਂ ਲੋਕਾਂ ਦੇ ਜੀਵਾਂ ਵਿੱਚ ਐਨਾ ਬਲ ਨਹੀਂ ਕਿ ਆਪਣੀ ਸ਼ਕਤੀ ਬਿਰਤੀ ਦੁਆਰਾ ਤੈਨੂੰ ਕੋਈ ਜਿੱਤ ਸਕੇ। ਪਰਮਾਤਮਾ ਜੇ ਕਿਰਪਾ ਕਰੇ ਤਾਂ ਤੈਨੂੰ ਜਿੱਤਿਆ ਜਾ ਸਕਦਾ ਹੈ। ਹੇ ਅਜਿੱਤ ਸੂਰ ਸੰਗਰਾਮੰ, ਅਜਿੱਤ ਸੂਰਮੇ ਤੈਨੂੰ ਕੋਈ ਜਿੱਤ ਨਹੀਂ ਸਕਦਾ। ਦੇਵੀ ਦੇਵਤੇ, ਪਸ਼ੂ ਪੰਛੀ, ਪਰਿੰਦੇ, ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਹੈ, ਸਭ ਦੇ ਵੀ ਸਾਧ ਸੰਗਤ ਜੀ ਮੋਹ ਦੀ ਪ੍ਰਬਲ ਸ਼ਕਤੀ ਵਰਤਦੀ ਹੈ। ਫਿਰ ਮਹਾਰਾਜ ਕਿਵੇਂ ਜਿੱਤਿਆ ਜਾ ਸਕਦਾ? ਕਹਿੰਦੇ ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰ ਹੈ। ਸਾਰੀ ਸ੍ਰਿਸ਼ਟੀ ਦੇ ਕਰਨ ਹਾਰੇ ਪਰਮੇਸ਼ਰ ਦੇ ਚਰਨਾਂ ਵਿੱਚ ਜੋਦੜੀਆਂ ਕਰੇ, ਪਰਮਾਤਮਾ ਨੂੰ ਬਾਰ-ਬਾਰ ਨਮਸਕਾਰਾਂ ਕਰੇ। ਹੇ ਪਰਮਾਤਮਾ, ਆਪ ਜੀ ਦੀ ਕਿਰਪਾ ਤੋਂ ਬਿਨਾਂ, ਮਹਾਰਾਜ ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਕਦੇ ਮੋਹ ਰੂਪੀ ਇਹ ਸੂਰਮੇ ਤੋਂ ਜਿੱਤਿਆ ਨਹੀਂ ਜਾ ਸਕਦਾ। ਹੇ ਮਹਾਰਾਜ, ਆਪ ਕਿਰਪਾ ਕਰੋ ਤਾਂ ਅਜਿੱਤ ਮੋਹ ਸੂਰਮੇ ਨੂੰ ਮਹਾਰਾਜ ਅਸੀਂ ਜਿੱਤ ਸਕਦੇ ਹਾਂ। ਸਾਧ ਸੰਗਤ ਜੀ, ਭਾਵੇਂ ਕਿੰਨੇ ਕਿੰਨੇ ਦੈਵੀ ਸ਼ਕਤੀਆਂ ਵਾਲੇ ਵੀ ਜਗਤ ਵਿੱਚ ਹੋਏ ਹੈ, ਪਰ ਮੋਹ ਰੂਪੀ ਸੂਰਮੇ ਨੂੰ ਕੋਈ ਜਿੱਤ ਨਹੀਂ ਸਕਿਆ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾਂ। ਗਰੀਬ ਨਵਾਜ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਪਰਥਾਏ ਸੀ ਬਚਨ ਪੜ੍ਹਦੇ ਹਾਂ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡੇ ਵੱਡਿਆਂ ਦੇ ਵੱਡੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ, ਜਿਨ੍ਹਾਂ ਨੇ ਮੋਹ ਰੂਪੀ ਸੂਰਮੇ ਨੂੰ ਜਿੱਤਿਆ ਔਰ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਦਾ ਮੰਨਣ ਕੀਤਾ। ਤਿੰਨਾਂ ਗੁਰਸਿੱਖਾਂ ਨੇ ਵੀ ਮੋਹ ਰੂਪੀ ਸੂਰਮੇ ਨੂੰ ਜਿੱਤ ਲੈਣਾ ਕੀਤਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ, ਹੇ ਸਿੱਧੋ ਮੰਨੈ ਮੋਹ ਚੋਟਾ ਨਾ ਖਾਏ। ਮੋਹ ਰੂਪੀ ਇਹ ਜਿਹੜਾ ਦੁਸ਼ਮਣ ਹੈ, ਉਹਦੀਆਂ ਚੋਟਾਂ ਨਹੀਂ ਫਿਰ ਖਾਣੀਆਂ ਪੈਂਦੀਆਂ। ਸਾਧ ਸੰਗਤ ਜੀ, ਮੋਹ ਕਰਕੇ ਚੋਟਾਂ ਹੀ ਮਿਲਦੀਆਂ, ਕਦੇ ਸੁੱਖ ਥੋੜਾ ਮਿਲਦਾ। ਕੇਵਲ ਅਲਪ ਮਾਤਰ ਜਿੰਨਾ, ਤੁਸ਼ ਮਾਤਰ ਜਿੰਨਾ ਸੁੱਖ ਮਿਲਦਾ, ਉਹ ਵੀ ਆਤਮਾ ਕਰਕੇ ਨਹੀਂ, ਸਰੀਰ ਕਰਕੇ। ਉਹ ਵੀ ਕਿਸੇ ਵਿਰਲੇ ਨੂੰ ਮਿਲਦਾ, ਨਹੀਂ ਤੇ ਸਰੀਰ ਕਰਕੇ ਵੀ ਸਾਧ ਸੰਗਤ ਜੀ ਮੋਹ ਵਿੱਚ ਗਲਤਾਨ ਹੋਇਆ ਸੁੱਖ ਨਹੀਂ ਪ੍ਰਾਪਤ ਹੁੰਦਾ। ਇੱਕ ਬਜ਼ੁਰਗ ਬੁੱਢੇ ਆਦਮੀ ਦੀ ਸਾਖੀ ਆਉਂਦੀ ਹੈ। ਸਾਧ ਸੰਗਤ ਡਿਉੜੀ ਦੇ ਵਿੱਚ ਬੈਠਾ ਹੋਇਆ ਦਰਵਾਜ਼ੇ ਤੋਂ ਬਾਹਰ,
ਦਹਲੀਜ਼ ਦੇ ਉੱਪਰ ਬੈਠਾ ਹੋਇਆ ਤੇ ਭੁੱਬਾਂ ਮਾਰ-ਮਾਰ ਕਰਕੇ ਰੋ ਰਿਹਾ ਸੀ। ਤੇ ਉਸ ਸਮੇਂ ਇੱਕ ਮਹਾਤਮਾ ਲੰਘ ਰਹੇ, ਕਹਿਣ ਲੱਗੇ, ਹੇ ਬਾਬਾ, ਕੀ ਕਾਰਨ ਹੈ, ਕਿਉਂ ਰੋਂਦਾ ਪਿਆ? ਤੇ ਉਸ ਸਮੇਂ ਸਾਧ ਸੰਗਤ ਜੀ ਜਦੋਂ ਦੱਸਣ ਲੱਗਾ, ਕਹਿੰਦਾ ਕਿ ਜਿਨ੍ਹਾਂ ਨੂੰ ਜਗਤ ਅੰਦਰ ਜਨਮ ਦਿੱਤਾ ਜਿਸ ਔਲਾਦ ਨੂੰ, ਉਹ ਅੱਜ ਮੈਨੂੰ ਰੋਟੀ ਦੇਣ ਤੋਂ ਵੀ ਛੱਡ ਕਰਕੇ, ਮੈਨੂੰ ਧੱਕੇ ਮਾਰ ਕਰਕੇ, ਮੈਨੂੰ ਕੁੱਟ ਕਰਕੇ ਘਰੋਂ ਬਾਹਰ ਕੱਢਦੇ ਪਏ ਹੈ। ਜਿਨ੍ਹਾਂ ਨੂੰ ਕਿੰਨਾ ਸੁੱਖ ਦਿੱਤਾ, ਪੜ੍ਹਾਇਆ ਲਿਖਾਇਆ, ਆਪਣੇ ਹੱਥੀਂ ਚੰਗੇ ਰਸਤੇ ਤੋਰਿਆ, ਤੇ ਅੱਜ ਮੈਨੂੰ ਧੱਕੇ ਮਾਰ ਕਰਕੇ ਉਹਨਾਂ ਨੇ ਬਾਹਰ ਕੱਢ ਦਿੱਤਾ। ਤੇ ਨਾਲ ਹੀ ਉਹ ਬਜ਼ੁਰਗ ਦੀਆਂ ਭੁੱਬਾਂ ਨਿਕਲ ਗਈਆਂ। ਦੱਸਦੇ ਆ ਮਹਾਤਮਾ ਪਰਉਪਕਾਰੀ ਹੋਇਆ ਕਰਦੇ ਆ, ਬੰਦਗੀ ਕਰਨ ਵਾਲੇ। ਭਲਾ ਕਰਨ ਹੇਤੁ ਉਹਨਾਂ ਵਚਨ ਕੀਤਾ ਕਿ ਹੇ ਬਾਬਾ, ਤੂੰ ਸਾਡੇ ਨਾਲ ਚੱਲ, ਜਿੱਥੇ ਕੁਟੀਆ ਦੇ ਵਿੱਚ ਅਸੀਂ ਰਹਿੰਦੇ ਤੂੰ ਸਾਡੇ ਨਾਲ ਰਿਹਾ ਕਰ। ਪਤਾ ਨਹੀਂ, ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈ। ਸਰੀਰ ਰੂਪੀ ਰੁਖੜਾ ਹੁਣ ਸਮੁੰਦਰ ਦੇ ਕਿਨਾਰੇ ਤੇ ਕਿਹੜੇ ਵੇਲੇ ਢਾਹ ਲੱਗ ਜਾਵੇ, ਕਾਲ ਰੂਪੀ ਹਨੇਰੀ ਆ ਗਈ ਤੇ ਤੂੰ ਡਿੱਗ ਪੈਣਾ। ਇਸ ਲਈ ਤੂੰ ਸਾਡੇ ਨਾਲ ਰਿਹਾ ਕਰ ਕੁਟੀਆ ਦੇ ਵਿੱਚ। ਜੋ ਮਧੂਕੜੀ ਅਸੀਂ ਲੈ ਕਰਕੇ ਆਉਂਦੇ ਨਾ, ਗਾਜਾ ਕਰਕੇ, ਉਹਦੇ ਵਿੱਚੋਂ ਤੂੰ ਵੀ ਥੋੜਾ ਬਹੁਤਾ ਛਕ ਲਿਆ ਕਰੀ ਤੇ ਪਰਮੇਸ਼ਰ ਦਾ ਨਾਮ ਜਪੀ ਜਾ, ਬਸ ਜਿੰਨੀ ਕੁ ਤੇਰੀ ਉਮਰ ਰਹਿ ਗਈ ਹੈ। ਜਦੋਂ ਇਹ ਮਹਾਤਮਾ ਨੇ ਭਲੇ ਦੇ ਬਚਨ ਕੀਤੇ ਤੇ ਸਾਧ ਸੰਗਤ ਜੀ, ਉਹ ਬਜ਼ੁਰਗ ਆਦਮੀ, ਬੁੱਢਾ ਮਨੁੱਖ ਕਹਿਣ ਲੱਗਾ, ਜਾ ਜਾ ਆਪਣਾ ਕੰਮ ਕਰ, ਜਿੱਧਰੋਂ ਆਇਆ ਉੱਧਰ ਹੀ ਚਲੇ ਆ ਜਾ। ਤੂੰ ਮੈਨੂੰ ਚੰਗੀ ਸਿੱਖਿਆ ਦੇਂਦਾ ਪਿਆ। ਜਿਨ੍ਹਾਂ ਨੇ ਮੈਂ ਆਪਣੇ ਘਰ ਦੇ ਵਿੱਚ ਹੱਥੀਂ ਪਾਲਿਆ, ਆਪ ਜਨਮਿਆ, ਉਹਨਾਂ ਤੋਂ ਮੈਨੂੰ ਵਿਛੋੜਨ ਦੇ ਤੂੰ ਬਚਨ ਕਰਦਾ ਪਿਆ। ਜਾ ਜਾ ਆਪਣਾ ਕੰਮ ਕਰ ਮਹਾਤਮਾ, ਜਾ ਕੇ, ਇਹ ਤੁਹਾਡਾ ਕੰਮ ਹੈ। ਫਿਰ ਕੀ ਹੋਇਆ, ਹੈ ਤੇ ਆਪਣਾ ਹੀ ਹੈ ਨਾ। ਮੈਨੂੰ ਮਾਰ ਲਿਆ, ਧੱਕੇ ਮਾਰ ਕੇ ਬਾਹਰ ਕੱਢ ਲਿਆ, ਫਿਰ ਕਿਹੜੀ ਗੱਲ ਹੋ ਗਈ? ਮੋਹ ਦੇਖੋ ਕਿੰਨੀ ਪ੍ਰਬਲ ਸ਼ਕਤੀ ਹੈ। ਚੰਦ ਮਿੰਟ ਪਹਿਲਾਂ ਭੁੱਬਾਂ ਮਾਰ-ਮਾਰ ਕਰਕੇ ਰੋਂਦਾ ਪਿਆ ਸੀਗਾ ਕਿ ਮੇਰੇ ਪੁੱਤਰਾਂ ਨੇ ਮੈਨੂੰ ਕੁੱਟ ਕੇ ਬਾਹਰ ਕੱਢ ਦਿੱਤਾ। ਤੇ ਫਿਰ ਕਿੱਡੀ ਮੋਹ ਦੀ ਪ੍ਰਬਲ ਸ਼ਕਤੀ ਹੈ, ਘਰ ਛੱਡਣ ਨੂੰ ਫਿਰ ਵੀ ਜਿੱਤ ਨਹੀਂ ਕਰਦਾ। ਮਹਾਤਮਾ ਤੇ ਭਲਾ ਕਰ ਰਹੇ ਹੈ ਕਿ ਰਹਿੰਦੀ ਜ਼ਿੰਦਗੀ ਪਰਮੇਸ਼ਰ ਦਾ ਨਾਮ ਜਪ ਲੈ ਕਿ ਬਜ਼ੁਰਗਾ ਤੇਰਾ ਭਲਾ ਹੋ ਜਾਵੇਗਾ। ਪਰ ਦੇਖੋ ਐਡੀ ਪ੍ਰਬਲ ਸ਼ਕਤੀ ਛੱਡਣ ਨੂੰ ਚਿੱਤ ਕਰਦਾ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਜੋ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰ ਲੈਂਦੇ ਆ ਨਾ, ਮੋਹ ਚੋਟਾਂ ਨਾ ਖਾਏ। ਉਹਨਾਂ ਨੂੰ ਮੋਹ ਦੀਆਂ ਚੋਟਾਂ ਨਹੀਂ ਫਿਰ ਖਾਣੀਆਂ ਪੈਂਦੀਆਂ। ਮੋਹ ਦੇ ਅਧੀਨ ਹੋ ਕਰਕੇ ਫਿਰ ਉਹਨਾਂ ਨੂੰ ਦੁਖੀ ਨਹੀਂ ਹੋਣਾ ਪੈਂਦਾ। ਜਿਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬਜ਼ੁਰਗ ਆਦਮੀ ਦਾ ਉਧਾਰ ਕੀਤਾ ਸੀ ਨਾ, ਮੋਹ ਦਾ ਮਾਰਿਆ ਹੋਇਆ, ਪਹਿਲਾਂ ਆਪਣੇ ਪੁੱਤਰਾਂ ਨੂੰ ਸਮਝਾਉਂਦਾ ਸੀਗਾ ਕਿ ਤੁਸੀਂ ਆਹ ਕੰਮ ਕਰੋ, ਇੱਦਾਂ ਕਰੋ, ਐਵੇਂ ਕਰੋ। ਤੇ ਹਜੂਰ ਨੇ ਵਚਨ ਕੀਤਾ ਕਿ ਭਾਈ ਤੈਨੂੰ ਮੁਕਤ ਕਰ ਦਈਏ। ਕਹਿੰਦਾ ਨਾ ਨਾ ਮਹਾਰਾਜ, ਮੈਨੂੰ ਜੇ ਤੁਸੀਂ ਹੁਣੇ ਮੁਕਤ ਕਰ ਦਿੱਤਾ ਤੇ ਮੇਰੇ ਪੁੱਤਰਾਂ ਨੂੰ ਕੌਣ ਸਮਝਾਵੇਗਾ? ਅਦੇ ਤੇ ਨਾ ਸਮਝਣੇ, ਇਹਨਾਂ ਨੂੰ ਕੋਈ ਸਮਝ ਹੀ ਨਹੀਂ ਹੈ ਕਿੱਦਾਂ ਕੰਮ ਕਰਨੇ, ਦੁਨੀਆਦਾਰਾ ਕਿਵੇਂ ਰੱਖੀਦਾ। ਮੈਨੂੰ ਸਮਝਾਉਂਦਾ ਪਿਆ, ਮੈਂ ਨਹੀਂ ਜੇ ਮੁਕਤ ਹੋਣਾ ਚਾਹੁੰਦਾ। ਕਹਿੰਦੇ ਜੀ ਠੀਕ ਹੈ। ਹਜੂਰ ਚਲੇ ਗਏ। ਫੇਰ ਜਦੋਂ ਆਏ ਤੇ ਮਰ ਕੇ ਉਸੇ ਘਰ ਦੇ ਵਿੱਚ ਵੱਛਾ ਜੰਮਿਆ ਸੀ, ਬਲਦ ਬਣਿਆ। ਤੇ ਫਿਰ ਉਹ ਪੁੱਤਰ ਜਿਹੜੇ ਉਹਦੇ ਸਨ, ਉਹ ਸਾਧ ਸੰਗਤ ਤੋਂ ਬਲਦ ਨੂੰ ਹਲ ਦੇ ਵਿੱਚ ਜਾ ਕਰਕੇ ਖੇਤਾਂ ਵਿੱਚ ਜੋਂਦੇ ਤੇ ਤੁਰਦਾ ਨਹੀਂ ਕਿ ਮੈਂ ਤੇ ਇਹਨਾਂ ਦਾ ਬਾਪ ਆ। ਤੇ ਸਤਿਗੁਰਾਂ ਨੇ ਫਿਰ ਉਹਦੇ ਕੋਲ ਜਾ ਕੇ ਸੁਰਤ ਜਗਾਈ। ਕਹਿੰਦੇ ਹੁਣ ਮੁਕਤ ਕਰ ਦਈਏ? ਕਹਿੰਦਾ ਨਾ ਜੀ ਨਾ, ਮੈਂ ਮਰ ਗਿਆ ਤੇ 400-500 ਦਾ ਹੋਰ ਮੇਰੇ ਪੁੱਤਰਾਂ ਨੂੰ ਬਲਦ ਖਰੀਦਣਾ ਪੈਣਾ, ਘਾਟਾ ਬੜਾ ਪੈ ਜਾਣਾ। ਮੋਹ ਕਿੰਨੀ ਪ੍ਰਬਲ ਸ਼ਕਤੀ ਹੈ। ਫਿਰ ਮਰ ਕੇ ਤੇ ਕੁੱਤਾ ਬਣ ਕੇ ਉਸੇ ਘਰ ਦੇ ਵਿੱਚ ਪਹਿਰਾ ਦਿੰਦਾ। ਹਜੂਰ ਕੁਝ ਸਮੇਂ ਬਾਅਦ ਫਿਰ ਆਏ ਤੇ ਸੁਰਤ ਜਗਾਈ, ਹੁਣ ਮੁਕਤ ਕਰ ਦਈਏ? ਕਹਿੰਦਾ ਨਾ ਮਹਾਰਾਜ, ਮੇਰੇ ਪੁੱਤ ਪੋਤਰੇ ਜਿਹੜੇ ਹੈ ਇਹ ਤਾਂ ਮਹਾਰਾਜ ਥੱਕੇ ਹਾਰੇ ਆਉਂਦੇ ਆ, ਰਾਤ ਨੂੰ ਆਰਾਮ ਕਰਦੇ ਤੇ ਮੈਂ ਪਹਿਰਾ ਦਿੰਦਾ ਕੰਨ ਤੇ ਬੈਠ ਕੇ। ਜੇ ਨਾ ਮੈਂ ਪਹਿਰਾ ਦਿੱਤਾ, ਮੈਨੂੰ ਮੁਕਤ ਕਰ ਦਿੱਤਾ, ਤੇ ਚੋਰਾਂ ਨੇ ਘਰ ਦੇ ਵਿੱਚੋਂ ਸਾਜੋ ਸਮਾਨ ਚੋਰੀ ਕਰਕੇ ਲੈ ਜਾਣਾ। ਜਦੋਂ ਇਉਂ ਕਿਹਾ ਤੇ ਹਜੂਰ ਫੇਰ ਚਲੇ ਗਏ। ਫਿਰ ਸੱਪ ਬਣਿਆ ਸਾਧ ਸੰਗਤ ਜੀ, ਸੱਪ ਦੇ ਜੂਨ ਦੇ ਵਿੱਚ ਪਿਆ। ਮੋਹ ਦੀ ਐਸੀ ਪ੍ਰਬਲ ਸ਼ਕਤੀ ਹੈ। ਛੋਟਾ ਜਿਹਾ ਪੋਤਰਾ ਸੀਗਾ ਉਸੇ ਹੀ ਬੁੱਢੇ ਆਦਮੀ ਦਾ, ਤੇ ਜਦੋਂ ਬੱਚਾ ਰੋਇਆ ਤੇ ਪੋਤਰਾ ਪੰਘੂੜੇ ਜਿਹਦੇ ਨਾਲ ਵੱਜਾ ਹੋਇਆ, ਤੇ ਸਾਧ ਸੰਗਤ ਸ਼ਤੀਰੀ ਦੇ ਵਿੱਚੋਂ, ਛੱਤ ਦੇ ਵਿੱਚੋਂ ਨਿਕਲਿਆ ਤੇ ਪੂਛ ਦੇ ਨਾਲ ਆ ਕਰਕੇ ਤੇ ਹੂਟਾ ਦੇਣ ਲੱਗਾ, ਪੰਘੂੜੇ ਨੂੰ ਹਲੂਣ ਲੱਗਾ ਤੇ ਮੇਰਾ ਪੋਤਰਾ ਚੁੱਪ ਕਰ ਜਾਵੇਗਾ। ਤੇ ਪਰਿਵਾਰ ਵਾਲੇ ਨੇ ਦੇਖਿਆ ਕਿ ਸੱਪ ਆਇਆ, ਉਹਨਾਂ ਨੇ ਡੰਡੇ ਮਾਰ ਮਾਰ ਕਰਕੇ ਸਿਰੀ ਫੇਂਕ ਦਿੱਤੀ, ਮਿੱਝ ਕੱਢ ਦਿੱਤਾ। ਫਿਰ ਵੀ ਸਾਧ ਸੰਗਤ ਜੀ ਦੇਖੋ ਮੁਕਤ ਨਾ ਹੋ ਸਕਿਆ।
ਤੇ ਕੁਝ ਸਮੇਂ ਬਾਅਦ ਜਦੋਂ ਫੇਰ ਮਹਾਰਾਜ ਸੱਚੇ ਪਾਤਸ਼ਾਹ ਆਏ ਤੇ ਜਿੱਥੇ ਕਿਰਿਆ ਦਾ ਗੰਦਗੀ ਦਾ ਗੰਦਾ ਪਾਣੀ ਪੀਂਦਾ, ਉੱਥੇ ਛੋਟਾ ਜਿਹਾ ਕਿਰਮ ਕੀੜੇ ਦੇ ਜੂਨੇ ਵਿੱਚ ਪਿਆ ਹੋਇਆ, ਬੜਾ ਦੁਖੀ। ਅੰਤਰਜਾਮੀ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕੀਤਾ ਕਿ ਭਾਈ ਮਰਦਾਨੇ ਬਾਹਰ ਕੱਢ ਲਿਆ, ਇਹਨੂੰ ਹੁਣ ਮੁਕਤ ਕਰ ਦਈਏ। ਜਦੋਂ ਕੱਢਿਆ ਸੁਰਤ ਜਗਾਈ ਤੇ ਹਜੂਰ ਕਹਿਣ ਲੱਗੇ ਹੁਣ ਮੁਕਤ ਕਰ ਦਈਏ। ਕਹਿੰਦਾ ਮਹਾਰਾਜ ਹੁਣ ਮੈਂ ਥੱਕ ਹਾਰ ਗਿਆ ਜੇ, ਮੈਂ ਹੁਣ ਬੜਾ ਦੁਖੀ ਜੇ, ਹੁਣ ਮੈਨੂੰ ਮੁਕਤ ਕਰ ਦੇਵੋ। ਐਸੀ ਸਾਧ ਸੰਗਤ ਜੀ ਮੋਹ ਦੀਆਂ ਜਿਹੜੀਆਂ ਚੋਟਾਂ ਨੇ, ਹਜੂਰ ਕਹਿੰਦੇ ਜੋ ਸਤਿਗੁਰੂ ਜੀ ਦੇ ਉਪਦੇਸ਼ ਦਾ ਮੰਨਣ ਕਰ ਲੈਂਦੇ ਆ, ਉਹਨਾਂ ਨੂੰ ਫਿਰ ਚੋਟਾਂ ਨਹੀਂ ਸਹਾਰਨੀਆਂ ਪੈਂਦੀਆਂ, ਉਹਨਾਂ ਨੂੰ ਫਿਰ ਦੁਖੀ ਨਹੀਂ ਹੋਣਾ ਪੈਂਦਾ। ਜੋ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦਾ ਮੰਨਣ ਕਰਦੇ ਆ, ਉਹਨਾਂ ਨੂੰ ਮੋਹ ਦੀਆਂ ਚੋਟਾਂ ਤਾਂ ਕੀ ਲੱਗਣੀਆਂ, ਮੋਹ ਉਹਨਾਂ ਨੂੰ ਸਾਧ ਸੰਗਤ ਜੀ ਪਹੁੰਚਦਾ ਵੀ ਨਹੀਂ ਹੈ। ਭਾਵੇਂ ਧਨ ਵਿੱਚ, ਪਦਾਰਥਾਂ ਵਿੱਚ ਹੁੰਦੇ ਹੋਣ, ਪਰਿਵਾਰ ਦੇ ਵਿੱਚ ਹੋਣ, ਪਰ ਕਿਸੇ ਦਾ ਮੋਹ ਨਹੀਂ ਮਨ ਦੇ ਵਿੱਚ ਲੱਗਦਾ। ਕੇਵਲ ਸਤਿਗੁਰੂ ਜੀ ਦੇ ਚਰਨਾਂ ਦੇ ਭੌਰੇ ਬਣ ਕੇ ਰਹਿੰਦੇ ਆ, ਕਮਲ ਦੇ ਵਾਂਗ ਨਿਰਲੇਪ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਦੇ ਆ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ। ਮਹਾਨ ਸਾਧ ਸੰਗਤ ਜੀ, ਸਿੱਖ ਪੰਥ ਦੇ ਅੰਦਰ ਜਿੱਥੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਉੱਥੇ ਸਿੰਘਣੀਆਂ ਨੇ ਵੀ ਮਹਾਨ ਸ਼ਹਾਦਤਾਂ ਪਾਈਆਂ ਨੇ। ਕੌਮ ਦੇ ਵਾਸਤੇ, ਧਰਮ ਦੇ ਵਾਸਤੇ ਆਪਣਾ ਆਪ ਨਿਸ਼ਾਵਰ ਕੀਤਾ ਹੈ ਤੇ ਦੁੱਧ ਚੁੰਗਦੇ ਹੋਏ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਨਿਸ਼ਾਵਰ ਕਰ ਦਿੱਤਾ ਧਰਮ ਤੋਂ। ਛੋਟੇ ਛੋਟੇ ਦੁੱਧ ਚੁੰਗਣ ਵਾਲੇ ਬੱਚਿਆਂ ਨੂੰ ਜਦੋਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਾਧ ਸੰਗਤ ਜੀ ਸਿੰਘਣੀਆਂ ਨੂੰ, ਲਾਹੌਰ ਜਿੱਥੇ ਜੋ ਸ਼ਹੀਦ ਬੁੰਗਾ ਬਣਿਆ ਹੋਇਆ ਨਾ, ਸਿੰਘਣੀਆਂ ਨੂੰ ਕੈਦਖਾਨੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ, ਜ਼ਬਰਦਸਤੀ ਇਸਲਾਮ ਧਾਰਨ ਕਰਨ ਦੇ ਵਾਸਤੇ ਕਿ ਇਸਲਾਮ ਕਬੂਲ ਕਰ ਲਓ, ਨਹੀਂ ਤੇ ਤੁਹਾਨੂੰ ਤਲਵਾਰ ਦੀ ਭੇਟ ਚਾੜ ਦਿੱਤਾ ਜਾਵੇਗਾ। ਕਦੇ ਕਦੇ ਲਾਲਚ ਦੇਣੇ, ਖੰਨੇ ਖੰਨੇ ਰੋਟੀ ਦੇ ਸਾਧ ਸੰਗਤ ਟੁਕੜਿਆਂ ਤੇ ਪਿਆਲੇ ਤੇ ਛੋਟਾ ਛੋਟਾ ਜਿਹੜਾ ਟੁਕੜਾ ਸੀ ਸੁੱਕੇ ਹੋਏ ਟੁਕੜਾ ਮਿਲਣਾ ਤੇ ਉਹਦੇ ਤੇ ਗੁਜ਼ਾਰਾ ਕਰਨਾ। ਸਵਾ ਸਵਾ ਮਣ ਦੇ ਪੀਸਣੇ ਚੱਖੀਆਂ ਪੀਕਣੀਆਂ। ਤੇ ਸਾਧ ਸੰਗਤ ਜੀ ਧੰਨ ਹਨ ਉਹ ਸਿੰਘਣੀਆਂ, ਧੰਨ ਨੇ ਛੋਟੇ ਛੋਟੇ ਬੱਚਿਆਂ ਦੀਆਂ ਉਹ ਮਾਵਾਂ, ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕਰਕੇ, ਗੁਰੂ ਘਰ ਦੇ ਇਤਿਹਾਸ ਦੀਆਂ ਲੋਰੀਆਂ ਦੇ ਦੇ ਕਰਕੇ ਮਨ ਦੀ ਪਰਪੱਕਤਾ ਕਰ ਦਿੱਤੀ ਕਿ ਆ ਪੁੱਤਰੋ, ਜੇ ਸਾਡਾ ਖੂਨ ਹੋਣਾ ਸਾਡੇ ਜਾਏ ਹੋ ਤਾਂ ਕਿਤੇ ਧਰਮ ਤੋਂ ਨਾ ਡੁੱਲ ਜਾਣਾ। ਛੋਟੇ ਛੋਟੇ ਦੁੱਧ ਚੁੰਗਣ ਵਾਲੇ ਬੱਚੇ ਸਾਧ ਸੰਗਤ ਜੀ ਰੋਂਦੇ ਤੇ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕਰਕੇ ਉਹਨਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਦੀਆਂ। ਧੰਨ ਹਨ ਉਹ ਮਾਵਾਂ, ਕਿਉਂਕਿ ਮਾਵਾਂ ਕੁਝ ਆਪ ਛਕਣ ਤੇ ਤਾਂ ਹੀ ਦੁੱਧ ਬੱਚਿਆਂ ਨੂੰ ਦੇਣ। ਤੇ ਸਾਧ ਸੰਗਤ ਜੀ ਸਾਡਾ ਇਤਿਹਾਸ ਕਹਿੰਦਾ, ਮੀਰ ਮਨੂੰ ਇੱਕ ਵਾਰ ਆਪ ਆਇਆ, ਆ ਕੇ ਕਹਿਣ ਲੱਗਾ ਕਿ ਸਿੰਘਣੀਓ, ਜਿਨ੍ਹਾਂ ਸਿੰਘਾਂ ਦੇ ਬਦਲੇ ਆਪਣੀਆਂ ਜਵਾਨੀਆਂ ਬਰਬਾਦ ਕਰ ਰਹੀਆਂ ਹੋ, ਉਹਨਾਂ ਨੇ ਤੁਹਾਨੂੰ ਕੀ ਦੇਣਾ? ਉਹ ਕੀ ਤੁਹਾਨੂੰ ਸੁੱਖ ਦੇਣਗੇ ਜਿਹੜੇ ਆਪ ਜੰਗਲ ਬੇਲਿਆਂ ਵਿੱਚ ਭੱਜੇ ਫਿਰਦੇ ਆ? ਆਪ ਨਹੀਂ ਉਹ ਸੁੱਖ ਦੇ ਨਾਲ ਜੀਵਨ ਆਪਣਾ ਨਿਰਵਾਹ ਕਰ ਰਹੇ ਤੇ ਤੁਹਾਨੂੰ ਕਿੱਥੋਂ ਸੁੱਖ ਦੇ ਦੇਣਾ? ਜੇ ਸੁੱਖ ਚਾਹੁੰਦੇ ਹੋ ਤਾਂ ਇਸਲਾਮ ਨੂੰ ਧਾਰਨ ਕਰ ਲਵੋ। ਉਸ ਸਮੇਂ ਸਿੰਘਣੀਆਂ ਦੇ ਪਤਾ ਕੀ ਜਵਾਬ ਸੀ? ਕਹਿਣ ਲੱਗੇ, ਹੇ ਮੀਰ ਮੰਨੂ, ਤੇਰੇ ਇਸ ਧਰਮ ਨੂੰ ਭਲਾ ਕੌਣ ਧਾਰਨ ਕਰੇਗਾ? ਜੋ ਇੰਨੇ ਜ਼ਿਆਦਾ ਤੂੰ ਜ਼ੁਲਮ ਕਰਦਾ ਪਿਆ, ਅਤਿਆਚਾਰ ਕਰਦਾ ਪਿਆ, ਕੌਣ ਇਸ ਧਰਮ ਨੂੰ ਧਾਰਨ ਕਰੇਗਾ? ਤੇ ਰਹੀ ਗੱਲ ਇਸਲਾਮ ਕਬੂਲਣ ਦੀ, ਰਹੀ ਗੱਲ ਸੁੱਖਾਂ ਦੀ, ਜਿਹੜੇ ਸੁੱਖਾਂ ਦੀ ਗੱਲਾਂ ਕਰਦੇ ਨਾ, ਸੁੱਖਾਂ ਦੇ ਵਾਸਤੇ ਥੋੜਾ ਅਸੀਂ ਕੁਰਬਾਨੀਆਂ ਕਰਦੀਆਂ ਪਈਆਂ। ਇਹ ਤਾਂ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਖੰਡੇ ਬਾਟੇ ਦੀ ਦਾਤ, ਬਖਸ਼ੀ ਹੋਈ ਸਿੱਖੀ ਸਰੂਪ ਦੀ ਦਾਤ, ਇਹਦਾ ਕਰਜ਼ ਅਸੀਂ ਉਤਾਰਦੀਆਂ ਪਈਆਂ ਹੈ। ਇਹ ਕਿਸੇ ਸੁੱਖਾਂ ਦੇ ਕਰਕੇ ਥੋੜਾ ਸੀ ਕਰ ਰਹੀਆਂ ਹਾਂ। ਫਿਰ ਜਿਸ ਧਰਮ ਦੇ ਜਿਹੜੇ ਅੱਗੇ ਪੈਰੋਕਾਰ ਹੈ, ਜਿਹੜੇ ਮੋਹਤਬਰਾਂ ਨਹੀਂ ਨੇ, ਜ਼ਾਲਮ ਹੋਣ, ਉਹਨਾਂ ਦੇ ਕਹੇ ਤੇ ਭਲਾ ਕਿਵੇਂ ਆਪਣੇ ਧਰਮ ਨੂੰ ਛੱਡ ਕਰਕੇ ਤੇ ਹੋਰ ਧਰਮ ਨੂੰ ਧਾਰਨ ਕਰਨਾ? ਇਹ ਕਦਾਚਿਤ ਨਹੀਂ ਹੋ ਸਕਦਾ। ਕਹਿੰਦਾ ਕਿ ਮੈਂ ਦੇਖਦਾ ਭਲਾ ਕਿਉਂ ਨਹੀਂ ਧਰਮ ਨੂੰ ਧਾਰਨ ਕਰਦੀਆਂ। ਸਾਧ ਸੰਗਤ ਜੀ ਛੋਟੇ ਛੋਟੇ ਦੁੱਧ ਚੁੰਗਦੇ ਹੋ ਬੱਚੇ ਲੈ ਕਰਕੇ ਕਿਸੇ ਦੀ ਲੱਤ ਕੱਢ ਦਿੱਤੀ ਮਾਵਾਂ ਦੀ ਅੱਖਾਂ ਦੇ ਸਾਹਮਣੇ, ਕਿਸੇ ਦੀ ਬਾਂਹ ਕੱਢ ਦਿੱਤੀ, ਕਿਸੇ ਦਾ ਬਲੂੰਦਰਾ ਹੋਇਆ, ਸਹਿਕਦਾ ਹੋਇਆ ਦਿਲ ਕੱਢ ਦਿੱਤਾ। ਤੇ ਸਾਧ ਸੰਗਤ ਜੀ ਹਾਰ ਬਣਾ ਬਣਾ ਕਰਕੇ ਮਾਵਾਂ ਦੀਆਂ ਗਲਾਂ ਵਿੱਚ ਪਾ ਦਿੱਤੇ ਗਏ। ਆਕਾਸ਼ ਵਿੱਚ ਉੱਚੇ ਛੁੱਟ ਕਰਕੇ ਛੋਟੇ ਛੋਟੇ ਬੱਚਿਆਂ ਨੂੰ ਨੇਜਿਆਂ ਦੇ ਵਿੱਚ ਪਰੋ ਦਿੱਤਾ। ਧੰਨ ਹਨ ਉਹ ਮਾਵਾਂ।
ਫੇਰ ਵੀ ਗੁਰੂ ਕਲਗੀਧਰ ਪਿਤਾ ਮਹਾਰਾਜ ਦਾ ਸ਼ੁਕਰਾਨਾ ਕਰਦੀਆਂ ਨੇ, ਹੇ ਬਾਜਾ ਵਾਲੇ ਸਤਿਗੁਰੂ, ਆਪ ਨੇ ਐਸੀ ਮਹਾਨ ਕਿਰਪਾ ਕੀਤੀ। ਮਹਾਰਾਜ ਵੱਡੇ ਹੋ ਕਰਕੇ ਕੀ ਪਤਾ ਇਹਨਾਂ ਨੇ ਧਰਮ ਤੋਂ ਮੁਨਕਰ ਹੀ ਨਾ ਭਾਵੇਂ ਹੋ ਜਾਂਦੇ। ਮਹਾਰਾਜ ਛੋਟੀ ਉਮਰ ਦੇ ਵਿੱਚ ਹੀ ਆਪ ਨੇ ਆਪਣੇ ਚਰਨਾਂ ਦੇ ਵਿੱਚ ਮਹਾਰਾਜ ਇਹਨਾਂ ਨੂੰ ਬੁਲਾ ਲਿਆ ਹੈ। ਮਹਾਰਾਜ ਧਰਮ ਤੋਂ ਆਪਣਾ ਆਪ ਇਹਨਾਂ ਨੇ ਨਿਸ਼ਾਵਰ ਕਰ ਦਿੱਤਾ। ਪਰਮੇਸ਼ਰ ਦਾ ਸ਼ੁਕਰਾਨਾ ਕਰਦੀਆਂ ਨੇ। ਤੇ ਸਾਧ ਸੰਗਤ ਸਾਰਾ ਦਿਨ ਚੱਕਰੀਆਂ ਤੇ ਪੀਸ ਕਰਕੇ ਕਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਕੋਈ ਗਿਲਾ ਨਹੀਂ, ਕੋਈ ਸ਼ੱਕਾ ਨਹੀਂ। ਇਹੋ ਹੀ ਸ਼ਾਮ ਦੇ ਸਮੇਂ ਜਦੋਂ ਰਾਤ ਨੂੰ ਕੀਰਤਨ ਸੋਲਾ ਗੁਰਬਾਣੀ ਦਾ ਪਾਠ ਕਰਨਾ ਤੇ ਅਰਦਾਸ ਕਰਨੀ, ਮਹਾਰਾਜ 4 ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖਾਂ ਦੇ ਨਾਲ ਬਤੀਤ ਹੋਇਆ। ਰਾਤਰੀ ਆਈ ਹੈ, ਮਹਾਰਾਜ ਆਪ ਜੀ ਦੇ ਭਾਣੇ ਅੰਦਰ ਬਤੀਤ ਕਰਵਾਉਣੀ। ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀਆਂ ਕਰਦੀਆਂ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਆ, ਮੰਨੈ ਮੋਹ ਚੋਟਾਂ ਨਾ ਖਾਏ। ਕਦੇ ਮੋਹ ਦੀਆਂ ਚੋਟਾਂ ਨਹੀਂ ਉਹਨਾਂ ਨੂੰ ਖਾਣੀਆਂ ਪੈਂਦੀਆਂ ਜੋ ਸਤਿਗੁਰੂ ਜੀ ਦੇ ਨਾਮ ਦਾ ਮੰਨਣ ਕਰ ਲੈਂਦੇ ਹਨ। ਗੁਰੂ ਕਾ ਬਚਨ ਜੀਵਨ ਦੇ ਵਿੱਚ ਕਮਾਉਣ ਦਾ, ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਦਾ ਮੰਨਣ ਕਰ ਲੈਣ। ਕਦੇ ਜਮਾਂ ਦੀਆਂ ਸਾਧ ਸੰਗਤ, ਕਦੇ ਮੋਹ ਦੀਆਂ ਉਹਨਾਂ ਨੂੰ ਚੋਟਾਂ ਨਹੀਂ ਖਾਣੀਆਂ ਪੈਂਦੀਆਂ। ਐਸੀ ਮਹਾਨ ਉਹਨਾਂ ਵਿੱਚ ਸ਼ਕਤੀ ਆ ਜਾਂਦੀ ਹੈ। ਮੰਨੈ ਜਮ ਕੈ ਸਾਥ ਨ ਜਾਏ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ, ਸਿੱਧੋ ਜੋ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦੇ ਹੈ ਉਹਨਾਂ ਨੂੰ ਜਮਾਂ ਦੇ ਸਾਥ ਨਹੀਂ ਜਗਤ ਵਿੱਚੋਂ ਜਾਣਾ ਪੈਂਦਾ। ਜਮਾਂ ਦੇ ਅਧੀਨ ਹੋ ਕਰਕੇ ਨਹੀਂ ਜਾਣਾ ਪੈਂਦਾ। ਉਹਨਾਂ ਨੂੰ ਗਣ ਦੇਵਤੇ ਲੈਣ ਵਾਸਤੇ ਆਉਂਦੇ ਹਨ। ਉਹਨਾਂ ਨੂੰ ਸੁੱਖਾਂ ਦੀਆਂ ਪਾਲਕੀਆਂ ਵਿੱਚ ਬਿਠਾ ਕਰਕੇ ਸਤਿਕਾਰ ਦੀ ਸਹਿਤ ਜਗਤ ਵਿੱਚੋਂ ਲਿਜਾਇਆ ਜਾਂਦਾ ਜਦੋਂ 5 ਭੌਤਿਕ ਸਰੀਰ ਨੂੰ ਤਿਆਗ ਦਿੰਦੇ ਹੈ। ਸਾਧ ਸੰਗਤ ਜੀ, ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ, ਤਿਨਾਂ ਦੇ ਜੀਵਨ ਕਾਲ ਦੌਰਾਨ ਤਿਨਾਂ ਦੇ ਜਥੇ ਦੇ ਵਿੱਚ ਸਾਧ ਸੰਗਤ ਇੱਕ ਸਿੰਘ ਰਹਿੰਦਾ ਸੀਗਾ, ਭਾਈ ਸਰਦਾਰਾ ਸਿੰਘ। ਉਹਨਾਂ ਦੇ ਬਾਬਤ ਜ਼ਿਕਰ ਆਉਂਦਾ ਕਿ ਜਦੋਂ ਅੰਤਮ ਸਮਾਂ ਆਇਆ ਤੇ ਉਸ ਸਮੇਂ ਕਹਿਣ ਲੱਗੇ ਕਿ ਮੈਨੂੰ ਦੇਖੋ ਮਹਾਂਪੁਰਖਾਂ ਦੇ ਦਰਸ਼ਨ ਹੋ ਰਹੇ ਹੈ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੇ। ਮੈਨੂੰ ਆਪ ਆਖ ਰਹੇ ਹੈ ਕਿ ਭਾਈ ਸਿੰਘਾ ਤੈਨੂੰ ਸੱਚਖੰਡ ਲੈ ਜਾਈਏ। ਤੇ ਉਸ ਸਮੇਂ ਸਾਧ ਸੰਗਤ ਜੀ, ਉਹ ਸਿੰਘ ਨੇ ਜਦੋਂ ਸਰੀਰ ਛੱਡਿਆ ਤੇ ਇਉਂ ਸਰੀਰ ਛੱਡਣ ਤੋਂ ਪਹਿਲਾਂ ਉਹਨੇ ਬਚਨ ਕੀਤੇ ਹੈ। ਫਿਰ ਇੱਕ ਭਾਈ ਸਰਦੂਲ ਸਿੰਘ ਮਹਾਂਪੁਰਖਾਂ ਦੇ ਨਾਲ, ਉਹ ਵੀ ਜਥੇ ਦੇ ਵਿੱਚ ਹੀ ਸਿੰਘ ਰਹਿੰਦਾ ਸੀਗਾ। ਰੇਰੂ ਸਾਹਿਬ ਅਸਥਾਨ ਦੇ ਕੋਲ ਉਹਦਾ ਨਗਰ ਸੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਕਹਿੰਦੇ ਉਹਨਾਂ ਨੂੰ ਜਮਾਂ ਦੇ ਵਸ ਵਿੱਚ ਨਹੀਂ ਪੈਣਾ ਪੈਂਦਾ। ਸਾਧ ਸੰਗਤ ਜੀ, ਜਦੋਂ ਅੰਤਮ ਸਮਾਂ ਆਇਆ ਤੇ ਜਥੇ ਦੇ ਸਿੰਘਾਂ ਨੂੰ ਕਹਿਣ ਲੱਗਾ, ਉਹ ਦੇਖੋ ਮੇਰਾ ਹੁਣ ਅੰਤਮ ਸਮਾਂ ਆ ਗਿਆ, ਮੈਂ ਹੁਣ ਸਰੀਰ ਛੱਡ ਦੇਣਾ, 5 ਭੌਤਿਕ ਸਰੀਰ ਨੂੰ ਤਿਆਗ ਦੇਣਾ। 5 ਪਿਆਰੇ ਸਾਹਿਬਾਨ ਮੈਨੂੰ ਲੈਣ ਵਾਸਤੇ ਆਏ ਹੈ। ਸਿੰਘ ਕਹਿੰਦੇ ਕਿ ਸਾਨੂੰ ਦਰਸ਼ਨ ਨਹੀਂ ਹੋ ਰਹੇ। ਕਹਿੰਦੇ ਉਹ ਦੇਖੋ ਭਾਈ ਦਇਆ ਸਿੰਘ ਜੀ, ਉਹ ਦੇਖੋ ਭਾਈ ਧਰਮ ਸਿੰਘ ਜੀ, ਇੱਧਰ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਆਹ ਦੇਖੋ ਭਾਈ ਸਾਹਿਬ ਸਿੰਘ ਜੀ ਖਲੋਤੇ ਹੈ। ਉਹ ਸਿੰਘ ਨੂੰ ਪ੍ਰਤੱਖ ਸਾਧ ਸੰਗਤ ਜੀ 5 ਪਿਆਰਿਆਂ ਦੇ ਦਰਸ਼ਨ ਹੋਏ। ਫਿਰ ਆਪ ਦੱਸਿਆ, ਕਹਿੰਦਾ ਕਿ ਹੁਣ ਮੈਂ ਆਨੰਦ ਸਾਹਿਬ ਗੁਰਬਾਣੀ ਦਾ ਪਾਠ ਕਰਕੇ ਅਰਦਾਸ ਕਰਕੇ ਫਿਰ ਸਰੀਰ ਨੂੰ ਸ਼ਾਂਤ ਕਰ ਦੇਣਾ। ਅਜਿਹਾ ਹੀ ਹੋਇਆ। ਆਨੰਦ ਸਾਹਿਬ ਗੁਰਬਾਣੀ ਦਾ ਇੱਕ ਰਸ ਚੌਂਕੜਾ ਲਗਾ ਕੇ ਗੁਰਬਾਣੀ ਦਾ ਪਾਠ ਕੀਤਾ, ਅਰਦਾਸ ਕਰਕੇ ਤੇ ਉਹ ਸਿੰਘ ਨੇ ਆਪਣਾ ਸਰੀਰ ਸ਼ਾਂਤ ਕਰ ਲਿਆ। ਐਸੀ ਮਹਾਨ ਬਖਸ਼ਿਸ਼ ਹੋ ਜਾਂਦੀ ਹੈ ਜੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰੀਏ ਤਾਂ। ਮੰਨੈ ਜਮ ਕੈ ਸਾਥ ਨਾ ਜਾਏ। ਜਮਾਂ ਦੇ ਨਾਲ ਨਹੀਂ ਕਿਸੇ ਪਾਸੇ ਜੀਵ ਨੂੰ ਜਾਣਾ ਪੈਂਦਾ, ਜਮਾਂ ਦੇ ਅਧੀਨ ਨਹੀਂ ਹੋਣਾ ਪੈਂਦਾ। ਜਮ ਤਾਂ ਉਹਨਾਂ ਦੇ ਨੇੜੇ ਨਹੀਂ ਢੁਕਦੇ, ਉਹਨਾਂ ਦੇ ਅਧੀਨ ਕਿਵੇਂ ਹੋ ਜਾਣਾ। ਹਜੂਰ ਦਾ ਬਚਨ ਪੜ੍ਹਦੇ ਹਾਂ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟਹਿ ਨਿਕਟ ਨਾ ਜਾਈਹ ਦੂਤ। ਧਰਮ ਰਾਜਾ ਆਪਣੇ ਦੂਤਾਂ ਨੂੰ ਮਨਾਹੀ ਕਰਦਾ ਹੈ, ਹੇ ਦੂਤੋ ਭੁੱਲ ਕੇ ਵੀ ਕਿਤੇ ਗੁਰਮੁਖਾਂ ਦੇ ਨੇੜੇ ਨਾ ਚਲੇ ਜਾਇਓ। ਜੇ ਚਲੇ ਗਏ ਨਾ ਤੁਸੀਂ ਬੱਧੇ ਛੁੱਟਣਾ ਤੇ ਨਾ ਮੇਰਾ ਖਹਿੜਾ ਛੁੱਟਣਾ। ਜੇ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਕਿ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਤੋਂ ਤੁਹਾਨੂੰ ਮੈਂ ਛੁਡਾ ਸਕਾਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਐਸੀ ਮਹਾਨਤਾ ਦੱਸ ਰਹੇ ਹੈ।
ਪਰਮੇਸ਼ਰ ਦੇ ਨਾਮ ਦੇ ਮੰਨਣ ਕਰਨੇ ਦੀ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹੈ ਸਿੱਧੋ ਮੰਨੈ ਜਮ ਕੈ ਸਾਥ ਨਾ ਜਾਏ। ਜਮਾਂ ਦੇ ਨਾਲ ਨਹੀਂ ਜੀਵ ਨੂੰ ਜਾਣਾ ਪੈਂਦਾ। ਅਕਾਲ ਪੁਰਖ ਪਰਮੇਸ਼ਰ ਦੇ ਦਰ ਤੇ ਜੀਵ ਦੀ ਪ੍ਰਵਾਨਗੀ ਹੋ ਜਾਂਦੀ ਹੈ। ਐਸਾ ਨਾਮ ਨਿਰੰਜਨ ਹੋਏ। ਪਰਮੇਸ਼ਰ ਦਾ ਐਸਾ ਨਾਮ ਹੈ ਜੋ ਨਿਰੰਜਨ, ਮਾਇਆ ਦੀ ਮਲ ਵਿਖੇਪ ਤੋਂ ਰਹਿਤ ਹੈ। ਸ਼ੁੱਧ ਪਰਮੇਸ਼ਰ ਦਾ ਨਾਮ ਹੈ। ਪਰ ਹਜੂਰ ਕਹਿੰਦੇ ਕੌਣ ਜਾਣਦਾ ਹੈ? ਜੋ ਸਤਿਗੁਰੂ ਜੀ ਦੇ ਉਪਦੇਸ਼ ਦਾ ਮੰਨਣ ਕਰਦਾ ਹੈ। ਐਸਾ ਨਾਮ ਨਿਰੰਜਨ ਹੋਏ। ਐਸਾ ਪਰਮੇਸ਼ਰ ਦਾ ਨਾਮ ਸ਼ੁੱਧ ਹੈ, ਸ਼ੁੱਧ ਸਰੂਪ ਹੈ। ਤੇ ਹੋਏ ਉਹ ਗੁਰਮੁਖ ਪਿਆਰਾ ਵੀ ਸ਼ੁੱਧ ਸਰੂਪ ਹੋ ਜਾਂਦਾ ਜੇ ਨਾਮ ਦਾ ਮੰਨਣ ਕਰ ਲੈਂਦਾ ਹੈ। ਜੇ ਕੋ ਮਨ ਜਾਣੈ ਮਨ ਕੋਈ। ਜੇ ਕੋ ਮਨ ਜਾਣੈ, ਇੱਥੇ ਵਿਸਰਾਮ ਆਵਣਾ। ਹਜੂਰ ਕਹਿੰਦੇ ਨੇ ਜੇ ਕੋ ਮਨ ਜਾਣੈ, ਇੱਥੇ ਮਮੇ ਤੇ ਟਿੱਪੀ ਲੱਗੀ ਹੋਈ ਹੈ। ਜੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰ ਲਵੇ, ਉਹ ਗੁਰਮੁਖ ਪਿਆਰਾ ਵਾਹਿਗੁਰੂ ਸਰੂਪ ਨੂੰ ਜਾਣ ਲੈਂਦਾ ਹੈ। ਮਨ ਕੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਕੱਲਾ ਤਨ ਕਰਕੇ ਨਹੀਂ, ਮਨ ਕਰਕੇ ਜੇਕਰ ਕੋਈ ਮੰਨਣ ਕਰ ਲਵੇ ਤਾਂ ਹਰ ਕੋਈ ਨਹੀਂ ਮੰਨਣ ਕਰਦਾ। ਸਾਧ ਸੰਗਤ ਜੀ, ਅਸੀਂ ਆਖਦੇ ਤਾਂ ਹਾਂ ਕਿ ਗੁਰੂ ਕਾ ਬਚਨ ਮੰਨਦੇ ਹਾਂ, ਪਰ ਸਰੀਰ ਕਰਕੇ ਹੀ ਆਖਦੇ ਹਾਂ। ਮਨ ਕਰਕੇ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੁੰਦਾ ਜੋ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਨੂੰ, ਸਤਿਗੁਰਾਂ ਦੇ ਬਖਸ਼ੇ ਉਪਦੇਸ਼ ਨੂੰ ਮਨ ਕਰਕੇ ਮੰਨਣ ਕਰਦਾ ਹੈ। ਤਨ ਕਰਕੇ ਤਾਂ ਅਸੀਂ ਭਾਵੇਂ ਸਾਰੇ ਕਹੀ ਜਾਂਦੇ ਹਾਂ ਜੀ ਅਸੀਂ ਗੁਰੂ ਕਾ ਉਪਦੇਸ਼ ਮੰਨਦੇ ਹਾਂ, ਜੇ ਅਸੀਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਪਰ ਮਨ ਕਰਕੇ ਸਾਡੇ ਥਾਵਾਂ ਥਾਵਾਂ ਤੇ ਭਰੋਸੇ ਬੱਝੇ ਹੋਏ ਆ। ਜਿੱਧਰ ਵੀ ਚਲੇ ਜਾਂਦੇ ਆ, ਜਿੱਥੇ ਕਿਤੇ ਪਤਾ ਲੱਗ ਜਾਂਦਾ ਜੀ ਇਸੇ ਫਲਾਣੇ ਥਾਂ ਤੇ ਬੜੀ ਗਿਣਤੀ ਵਿੱਚ ਇਕੱਠ ਹੁੰਦਾ, ਬਹੁਤਾ ਇਕੱਠ ਦੇਖ ਕਰਕੇ ਉੱਥੇ ਪੁੱਜ ਕਰਕੇ ਚਲੇ ਜਾਣਾ ਜੀ ਉੱਥੇ ਤਾਂ ਬਾਬਾ ਹੀ ਬੜਾ ਕਲਾਵਾਨ ਹੈ, ਬੜਾ ਕਲਾਧਾਰੀ ਹੈ, ਬੜਾ ਸ਼ਕਤੀਆਂ ਵਾਲਾ ਜ਼ਾਹਰਾ ਬਾਬਾ ਹੈ, ਤੇ ਉੱਥੇ ਪੁੱਜ ਕਰਕੇ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਵਿਰਲੇ ਹੀ ਹੈ ਜਿਹੜੇ ਮਨ ਕਰਕੇ ਵੀ ਸਤਿਗੁਰੂ ਜੀ ਦੇ ਉਪਦੇਸ਼ ਨੂੰ ਮੰਨਦੇ ਹੈ। ਮਨ ਕਰਕੇ ਵੀ ਜਿਨ੍ਹਾਂ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸ਼ਬਦ ਗੁਰੂ ਤੇ ਭਰੋਸਾ ਬੱਝਾ ਰਹਿੰਦਾ ਹੈ, ਉਹ ਵਿਰਲੇ ਹੀ ਹੈ, ਉਹਨਾਂ ਦੀ ਜ਼ਿਆਦਾ ਗਿਣਤੀ ਨਹੀਂ ਹੈ। ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ, ਜਗ ਮਹਿ ਉਤਮ ਕਾਢੀਆ ਹੈ ਵਿਰਲੇ ਕੇਈ ਕੇ। ਉਹਨਾਂ ਦੀ ਬਹੁਤੀ ਗਿਣਤੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਸ ਪੌੜੀ ਦੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕੀਤਾ, ਜੇ ਕੋ ਮਨ ਜਾਣੈ ਮਨ ਕੋਏ। ਹਜੂਰ ਕਹਿੰਦੇ ਹਨ ਉਹ ਕੋਈ ਵਿਰਲੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਮਨ ਕਰਕੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ। ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪ ਹੀ ਹੋ ਗਏ ਹਨ। ਤਿੰਨਾਂ ਨੇ ਪਰਮੇਸ਼ਰ ਦੇ ਨਾਮੀ ਪਰਮਾਤਮਾ ਦਾ ਸਰੂਪ ਹੋ ਜਾਣਾ ਕੀਤਾ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਮੰਨਣ ਕੀਤਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਸਤਿਗੁਰੂ ਜੀ ਦੇ ਬਚਨਾਂ ਨੂੰ ਨਿਸ਼ਚੈ ਕਰਕੇ ਧਾਰਿਆ ਹੈ, ਕਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਨਹੀਂ ਹੋਣਾ ਕੀਤਾ। ਨਹੀਂ ਤੇ ਸਾਧ ਸੰਗਤ ਜੀ ਬਹੁਤਾਤ ਵੀ ਸਾਡਾ ਸੁਭਾਅ ਇੱਦਾਂ ਦਾ ਹੈ, ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ। ਇੱਦਾਂ ਦਾ ਸਾਡਾ ਸੁਭਾਅ ਹੈ। ਜਿੱਥੇ ਬਹੁਤੀ ਗਿਣਤੀ ਵੇਖੀ, ਬਹੁਤੇ ਭੇਖ ਵੇਖ ਲਏ ਤੇ ਉੱਦਾਂ ਦੇ ਜਾ ਕਰਕੇ ਬਣ ਜਾਣਾ ਕਿ ਸ਼ਾਇਦ ਇੱਥੋਂ ਕੋਈ ਸਾਨੂੰ ਪ੍ਰਾਪਤ ਹੋ ਜਾਵੇ, ਜੀਵਨ ਦੇ ਵਿੱਚ ਸਾਨੂੰ ਸੁੱਖ ਮਿਲ ਜਾਵੇ। ਪਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕਦੇ ਪਰਮ ਸੁੱਖ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਤੋਂ ਬਿਨਾਂ, ਹਜੂਰ ਦੇ ਬਚਨਾਂ ਨੂੰ ਜੀਵਨ ਵਿੱਚ ਕਮਾਉਣ ਤੋਂ ਬਿਨਾਂ ਕਦੇ ਪਰਮ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਜਿਤਨੀ ਮਰਜ਼ੀ ਭੱਜ ਦੌੜ ਕਰਕੇ ਕੋਈ ਦੇਖ ਲਵੇ ਸਾਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ, ਬਖਸ਼ ਲੈਣਾ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਜ਼ਰੂਰੀ ਬੇਨਤੀ ਹੈ ਸਾਧ ਸੰਗਤ ਜੀ, ਜਿਨ੍ਹਾਂ ਸੰਗਤਾਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਪਾਨ ਕੀਤਾ, ਗੁਰੂ ਵਾਲੇ ਨਹੀਂ ਬਣੇ, ਬੇਨਤੀ ਹੈ ਦੋਵੇਂ ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਲੱਗੋ। ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰੋ। ਗੁਰੂ ਵਾਲੇ ਬਣ ਕੇ ਪੰਜਾਂ ਕਕਾਰਾਂ ਦੇ ਨਿਤ ਨੇਮ ਦੇ ਰਹਿਤ ਮਰਜ਼ਾਦਾ ਤੇ ਧਾਰਨੀ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।